सतनाम वाहिगुरु साहिब जी। फिरत फिरत प्रभ आया, परया तो सरनाय। नानक की प्रभ बेनती, अपनी भगति लाय। गुर सेवा ते भगत कमाई, तब एह मानस देही पाई। इस देही को सिमरहि देव, सो देही पज हर की सेव। भजो गोबिंद फूल मत जाहो, मानस जन्म का यही लाहो। जब लग जरा रोग नहीं आया, जब लग काल ग्रसी नहीं काया। जब लग बिकल पई नहीं बानी, भज लहरे मन सारंग पानी। बेसुमार अथाह अगनत अतुलै, जो बुलावहो त्यो नानक दास बोले। सतनाम वाहिगुरु साहिब जी। कबीर एक मरन ते दोए मूए, दोए मरन तह चार। चार मरन तह शह मूए, चार पुरख दोए नार। कबीर देख देख जग ढूंढिया, कहूँ न पाया ठौर। जिन हर का नाम न चेत्यो, कहा पुलाने और। वाहिगुरु जी का खालसा, वाहिगुरु जी की फतेह। तन तन सतगुरु गुरु गरीब निवाज, पतित पावन भगत वशल, कृपा निध दया निध गुण निध करुणा निध सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, दया बख्शिश है। सतगुरु साहिब जी ने सानू सब नूं अपनी मेहर भरी नदर करके, अपनी बख्शिश दे सहित निवाजिश करके, अपनी पावन पवित्र हजूरी दे विच सतसंगत रूप विच जुड़ बैठ के अमृतमई बाणी दे कीर्तन, बाणी दी शब्द विचार दे नाल जुड़ के सानू मनुखा जीवन नूं सफल करन दा अवसर बख्शिश कीता है। आप जी बड़े सुभाग्यशाली हो जो सतगुरु की बख्शिश नूं मानण दा यतन कर रहे हो। सतगुरु की कृपा दे सदका आप जी भगत सिरमौर भगत कबीर साहिब जी दे लड़ीवार सलोकां दी व्याख्या श्रवण कर रहे हो जी। पावन बाणी दी लड़ीवार व्याख्या दे नाल विचार रूप दे विच जुड़न दा यतन करिए जी। विचार प्रारंभ करन तो पहलां बड़े अदब सहित उच्चारण करो जी। सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮਰੰਤਹਿ ਚਾਰ। ਲੜੀਵਾਰ ਸਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਇਸ ਤੋਂ ਪਹਿਲੇ ਸਲੋਕਾਂ ਵਿੱਚ ਬਖਸ਼ਿਸ਼ ਕਰਕੇ ਨਵਾਜਿਆ ਸੀ ਕਿ ਮਨੁੱਖ ਦੇ ਜੀਵਨ ਵਿੱਚ ਆਪਣੇ ਕਰਮ ਪ੍ਰਤੀ ਸੁਚੇਤ ਰਹਿ ਕੇ ਅਤੇ ਸ਼ੁਭ ਗੁਣਾਂ ਦੀ ਰਾਸ ਨੂੰ, ਬੰਦਗੀ ਦੇ ਧਨ ਨੂੰ, ਸੱਚਿਆਰ ਜੀਵਨ ਦੀ ਜਿਹੜੀ ਮਹੱਤਤਾ ਹੈ ਉਹਨੂੰ ਪੱਲੇ ਬੰਨ੍ਹਣਾ ਚਾਹੀਦਾ ਹੈ। ਨਾ ਕਿ ਕਿਸੇ ਦੂਜੇ 'ਤੇ ਕੇਂਦਰਿਤ ਹੋ ਕੇ ਉਹਦੀ ਅਵਗੁਣ, ਨਿੰਦ ਰੂਪ ਚਰਚਾ ਜਾਂ ਧਾਰਮਿਕ ਨੇਤਾ ਬਣ ਕੇ ਕਿਸੇ ਪ੍ਰਕਾਰ ਦੀ ਜਿਹੜੀ ਪੂਜਾ ਜਾਂ ਹੋਰ ਜਿਹੜੇ ਪ੍ਰਪੰਚ ਰਚੇ ਜਾਂਦੇ ਹਨ ਉਹਨਾਂ ਸਾਰਿਆਂ ਤੋਂ ਅਲੇਪ ਰਹਿ ਕੇ ਕੇਵਲ ਆਪਣੇ ਨਿੱਜ ਦਾ ਅਧਿਆਤਮਿਕ ਸਫ਼ਰ ਕਰਨਾ ਹੈ, ਤਾਂ ਕਿ ਜਿਤਨਾ ਕੁ ਜੀਵਨ ਆਪਣਾ ਹੈ ਉਹਨੂੰ ਸਵਾਰਨ ਦਾ ਕਾਰਜ ਕਰ ਸਕੀਏ। ਇਸੇ ਪ੍ਰਕਾਰ ਜਿਹੜਾ ਜੀਵ ਪਹਿਲਾਂ ਹੀ ਗਰਭ ਦੀ ਜਠਰ ਅਗਨੀ ਵਿੱਚ ਜਲਦਾ ਹੈ ਅਤੇ ਜੇ ਦੁਬਾਰਾ ਉਹਨੂੰ ਵਿਕਾਰਾਂ ਦੀ ਅੱਗ ਦੇ ਵਿੱਚ ਸੜਨਾ ਪਵੇ ਤਾਂ ਇਹ ਉਹ ਜੀਵ ਦੇ ਲਈ ਜਿਹੜੇ ਜਾਗੇ ਹੋਏ ਹਨ ਬੜਾ ਅਸਹਿ ਹੈ। ਅਤੇ ਭਗਤ ਸਾਹਿਬ ਜੀ ਨੇ ਬੇਨਤੀ ਪੈਦਾ ਕੀਤੀ ਸੀ ਅਕਾਲ ਪੁਰਖ ਦੇ ਸਨਮੁਖ ਕਿ ਮਤ ਬਸ ਪਰੋ ਲੋਹਾਰ ਕੈ ਜਾ ਰਿਹਾ ਦੂਜੀ ਬਾਰ। ਪਹਿਲਾਂ ਬਹੁਤ ਭਰਮੇ ਹਾਂ, ਪਹਿਲਾਂ ਬਹੁਤ ਜਲੇ ਹਾਂ, ਕਿਤੇ ਹੁਣ ਜੀਵਨ ਦਾ ਕੋਈ ਐਸਾ ਕਰਮ ਨਾ ਬਣ ਜਾਏ ਕਿ ਦੁਬਾਰਾ ਇਹਨਾਂ ਵਿਕਾਰਾਂ, ਆਸਾ, ਮਨਸਾ, ਤ੍ਰਿਸ਼ਨਾ, ਵਾਸ਼ਨਾ ਦੀ ਅੱਗ ਦੇ ਸਹਿਤ ਸਾਰਾ ਜੀਵਨ ਮਨੁੱਖ ਦਾ ਜਲਦਾ ਰਹੇ। ਇਸ ਪ੍ਰਕਾਰ ਭਗਤ ਸਾਹਿਬਾਨ ਜੀ ਨੇ ਪਿਛਲੇ ਸਲੋਕ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ। ਅੱਜ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮਰੰਤੇ ਚਾਰ। ਕੱਲ੍ਹ ਵੀ ਆਪ ਜੀ ਦੇ ਨਾਲ ਵਿਚਾਰ ਸਾਂਝੀ ਅਤੇ ਨੁਕਤਾ ਸਾਂਝਾ ਕੀਤਾ ਸੀ ਕਿ ਜੋ ਸਲੋਕ ਹੁੰਦੇ ਹਨ ਇਹਨਾਂ ਦਾ ਦੋਹਰਾ ਰੂਪ ਹੁੰਦਾ ਹੈ, ਭਾਵ ਕਿ ਦੋ ਪੰਕਤੀਆਂ ਦੇ ਵਿੱਚ ਗੱਲ ਕਹਿਣ ਦਾ ਯਤਨ, ਪ੍ਰਗਟਾਉਣ ਦਾ ਯਤਨ ਕੀਤਾ ਜਾਂਦਾ ਹੈ। ਪਰ ਇਹ ਕੇਵਲ ਦੋ ਪੰਕਤੀਆਂ ਸੰਖਿਪਤ ਕੋਈ ਰਚਨਾ ਨਹੀਂ ਹੁੰਦੀਆਂ, ਸਗੋਂ ਇਹ ਇੱਕ ਢੰਗ ਹੈ ਕਿ ਜਿਵੇਂ ਬਹੁਤ ਵੱਡੇ ਗੱਲ ਨੂੰ ਜਾਂ ਬੜੀ ਸੂਖਮ ਅਤੇ ਗਹਿਰੀ ਗੱਲ ਨੂੰ ਸੂਤਰਕ ਰੂਪ ਦੇ ਵਿੱਚ ਸਮਝਾਉਣਾ ਜਾਂ ਦੱਸਣਾ ਹੁੰਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮਰੰਤੇ ਚਾਰ। ਹੁਣ ਭਗਤ ਕਬੀਰ ਸਾਹਿਬ ਜੀ ਇਸ ਸਲੋਕ ਦੀ ਜਿਹੜੀ ਉਥਾਨਕਾ ਮਿਲਦੀ ਹੈ, ਜੰਗਲ ਦੇ ਵਿੱਚ ਦੇਖਦੇ ਹਨ ਇੱਕ ਸ਼ਿਕਾਰੀ ਨੇ ਬਾਣ ਚਲਾਇਆ ਹੈ। ਬਾਣ ਚਲਾਉਣ ਦੇ ਨਾਲ, ਤੀਰ ਦਾ ਨਿਸ਼ਾਨਾ ਵਿੰਨਣ ਦੇ ਨਾਲ ਇੱਕ ਹਿਰਨ ਅਤੇ ਹਰਨੀ ਦੀ ਮ੍ਰਿਤੂ ਹੋ ਗਈ ਹੈ। ਉਹ ਆਪਣੀ ਜਾਨ ਹਿਰਨ ਦੇ, ਸ਼ਿਕਾਰੀ ਦੇ ਬਾਣਾਂ ਦੇ ਨਾਲ ਗਵਾ ਬੈਠੇ ਨੇ। ਇੱਕ ਪਾਸੇ ਹਿਰਨ ਮਰ ਗਿਆ, ਦੂਜੇ ਪਾਸੇ ਹਿਰਨੀ ਦੇ ਮਰਨ ਉਪਰੰਤ ਜਦ ਉਹਦੇ ਪੇਟ ਵਿੱਚੋਂ ਬੱਚਾ ਨਿਕਲਿਆ ਤਾਂ ਨਿਕਲਦੇ ਸਾਰ ਉਹ ਵੀ ਮਰ ਗਿਆ। ਇੰਨੇ 'ਚ ਇਹਨੂੰ ਅਜੇ ਸ਼ਿਕਾਰੀ ਖਲੋਤਾ ਹੀ ਸੀ ਕਿ ਨੇੜਿਓਂ ਕਿਸੇ ਖੁੱਡ ਦੇ ਵਿੱਚੋਂ ਸੱਪ ਨਿਕਲਿਆ। ਉਹਨੇ ਸ਼ਿਕਾਰੀ ਨੂੰ ਡੰਗ ਦਿੱਤਾ, ਸ਼ਿਕਾਰੀ ਸੱਪ ਦੇ ਡੰਗਣ ਨਾਲ ਮਾਰਿਆ ਗਿਆ। ਅਤੇ ਇਸ ਹੌਕੇ ਦੇ ਵਿੱਚ ਜਦੋਂ ਸ਼ਿਕਾਰੀ ਦੀ ਪਤਨੀ ਨੂੰ ਪਤਾ ਲੱਗਾ ਤਾਂ ਉਹ ਵੀ ਮਾਰੀ ਗਈ ਅਤੇ ਉਹਦਾ ਇੱਕ ਬੱਚਾ ਸੀ ਮਾਂ ਦੇ ਵਿਛੋੜੇ ਵਿੱਚ, ਉਹ ਵੀ ਕਾਲ ਵੱਸ ਹੋ ਗਿਆ। ਹੁਣ ਭਗਤ ਕਬੀਰ ਸਾਹਿਬ ਜੀ ਨੇ ਸਾਰਾ ਦ੍ਰਿਸ਼ ਦੇਖਿਆ ਹੈ, ਪਰ ਇਸ ਸਾਰੇ ਦ੍ਰਿਸ਼ ਦੇ ਵਿੱਚੋਂ ਸਾਨੂੰ ਉਹ ਗਿਆਨ ਦਾ ਭਾਵ ਸਾਡੇ ਸਨਮੁਖ ਰੱਖ ਰਹੇ ਨੇ ਕਿ ਏਕ ਮਰੰਤੇ, ਭਾਵ ਕਿ ਇੱਕ ਦੇ ਮਰਨ ਨਾਲ ਦੋ, ਭਾਵ ਕਿ ਹਿਰਨ ਅਤੇ ਹਿਰਨੀ। ਅੱਗੇ ਉਸ ਤੋਂ ਬਾਅਦ ਫਿਰ ਚਾਰ, ਭਾਵ ਕਿ ਚਵੇ ਮਰ ਗਏ। ਇਹਦੇ ਕੁੱਲ ਫਿਰ ਦੋ ਹੋਰ ਜੁੜ ਗਏ, ਸ਼ਿਕਾਰੀ ਦਾ ਬੱਚਾ ਅਤੇ ਉਹਦੀ ਪਤਨੀ, ਕੁੱਲ 6 ਹੋ ਗਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਦੇ ਵਿੱਚੋਂ 4 ਪੁਰਖ ਨੇ ਅਤੇ 2 ਨਾਰ। 4 ਪੁਰਖ ਦਾ ਭਾਵ ਸ਼ਿਕਾਰੀ ਅਤੇ ਮ੍ਰਿਗ ਦਾ ਭਾਵ ਹਿਰਨ ਅਤੇ ਉਹਦਾ ਹਿਰਨ ਦਾ ਬੱਚਾ 3 ਅਤੇ ਗਾੜੀ ਸ਼ਿਕਾਰੀ ਦਾ ਬੱਚਾ। ਇਹ 4 ਪੁਰਖ ਹੋ ਗਏ, 2 ਨਾਰ, 1 ਹਿਰਨੀ ਅਤੇ 1 ਸ਼ਿਕਾਰੀ ਦੀ ਪਤਨੀ। ਹੁਣ ਇਹ ਉਥਾਨਕਾ ਭਾਵ ਹੈ, ਜਿਹੜਾ ਇਹਦਾ ਗੁਹਜ ਭਾਵ ਹੈ ਇਸ ਪ੍ਰਕਾਰ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਦ੍ਰਿਸ਼ ਦੇਖਿਆ ਤਾਂ ਸਮਝ ਆਈ ਕਿ ਇੱਕ ਮਰਿਆ
ਉਹਦੇ ਨਾਲ ਦੂਜਾ ਵੀ ਮਰ ਗਿਆ, ਭਾਵ ਕਿ ਹਿਰਨੀ ਮਰਨ ਦੇ ਨਾਲ ਉਹਦਾ ਬੱਚਾ ਵੀ ਮਰ ਗਿਆ। ਇਸੇ ਪ੍ਰਕਾਰ ਸ਼ਿਕਾਰੀ ਦੇ ਮਰਨ ਨਾਲ ਉਹਦੇ ਹੌਕੇ ਵਿੱਚ ਉਹਦੀ ਪਤਨੀ ਤੇ ਗਾੜੀ ਪਤਨੀ ਦੇ ਵਿਛੋੜੇ ਦੇ ਵਿੱਚ ਉਹਦਾ ਬਾਲਕ ਮਰ ਗਿਆ। ਤੇ ਇਸ ਤੋਂ ਬੜਾ ਵਿਚਿੱਤਰ ਜੀ ਗੱਲ ਸਮਝ ਆਉਂਦੀ ਹੈ ਕਿ ਇੱਕ ਦੇ ਮਰਨ ਨਾਲ ਦੂਜਾ ਵੀ ਮਰ ਸਕਦਾ ਹੈ। ਕਹਿੰਦੇ ਇਹ ਦੁਨਿਆਵੀ ਤੌਰ 'ਤੇ ਸੰਸਾਰਿਕ ਤੌਰ 'ਤੇ ਦ੍ਰਿਸ਼ ਦੇਖਿਆ ਹੈ, ਪਰ ਜੇ ਇਹਨੂੰ ਗਿਆਨ ਦੇ ਨੁਕਤੇ ਤੋਂ ਵਾਚੀਏ ਵਿਚਾਰੀਏ ਤਾਂ ਬੜਾ ਵੱਡਾ ਇੱਕ ਸਬਕ ਪੈਦਾ ਹੋਇਆ ਹੈ। ਤੇ ਫਿਰ ਭਗਤ ਕਬੀਰ ਸਾਹਿਬ ਦੀ ਬਖਸ਼ਿਸ਼ ਕਰਦੇ ਨੇ। ਸ਼ਲੋਕ ਦੀ ਵਿਆਖਿਆ ਬੜੀ ਗਹਿਨ ਹੈ। ਆਪ ਜੀ ਨੇ ਲੜੀਵਾਰ ਆਪਣੀ ਸੁਰਤ ਦਾ ਟਿਕਾ ਬਣਾਈ ਰੱਖਣਾ ਤਾਂ ਕਿ ਸਮਝ ਆ ਜਾਏ ਕਿ ਇੱਕ ਦੇ ਮਰਨ ਨਾਲ ਦੋ, ਦੋ ਦੇ ਮਰਨ ਨਾਲ ਚਾਰ ਤੇ ਕੁੱਲ 6 ਕਿਵੇਂ ਮਰਦੇ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਏਕ ਮਰਨ ਤੇ। ਹੁਣ ਐਸਾ ਕਿਹੜਾ ਇੱਕ ਕਾਰਨ ਮਾਰਿਆ ਜਾਵੇ ਜਿਹਦੇ ਨਾਲ ਬਾਕੀ ਸਾਰੇ ਕਾਰਨ ਸਮਾਪਤ ਹੋ ਜਾਣ? ਕਿਹੜੇ ਐਸੇ ਇੱਕ ਆਪਣੇ ਅੰਦਰ ਦੇ ਦੁਸ਼ਟ ਭਾਵ ਨੂੰ ਜਾਂ ਵਕਾਰ ਭਾਵ ਨੂੰ ਖਤਮ ਕਰ ਲਈਏ ਥੋੜ੍ਹਾ ਯਤਨ ਕਰਕੇ, ਜਿਹਦੇ ਨਾਲ ਬਾਕੀ ਵੀ ਸਾਰੇ ਸ਼ਾਂਤ ਹੋ ਜਾਣ? ਐਸਾ ਕਿਹੜਾ ਹੈ? ਜਿਵੇਂ ਸੰਗੀਤ ਵਾਲੇ ਸਾਧਨਾ ਕਰਦੇ ਹਨ, ਉਹਨਾਂ ਦੇ ਵਿੱਚ ਨਾ ਇੱਕ ਸੂਤਰ ਕਿਹਾ ਜਾਂਦਾ ਹੈ ਕਿ ਬਹੁਤੇ ਰਾਗ ਜਾਂ ਬਹੁਤੀ ਵਿੱਦਿਆ ਦਾ ਅਰਥ ਬਾਅਦ ਦੇ ਵਿੱਚ ਹੈ ਜਾਂ ਉਹਦਾ ਘੱਟ ਹੈ। ਅਸਲ ਜਿੰਨੇ ਇੱਕ ਸੁਰ ਭਾਵ ਕਿ ਜਿਹੜਾ ਪਹਿਲਾ ਸੁਰ ਸਾਹ ਹੈ, ਜੇ ਉਹਦੀ ਸਾਧਨਾ ਜੀਵਨ ਦੇ ਭਰ ਵਿੱਚ ਸਾਧ ਲਈ ਤਾਂ ਉਹਦੇ ਬਾਕੀ ਸਾਰੇ ਸੁਰ ਆਪਣੇ ਆਪ ਸਾਧੇ ਜਾਣਗੇ। ਪਹਿਲੇ ਨੂੰ ਜੇ ਚੰਗੀ ਤਰ੍ਹਾਂ ਸਾਧ ਲਿਆ ਜਿਹੜਾ ਸਾਹ ਸੁਰ ਹੁੰਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੋਈ ਮਾਰੀਐ ਜਿਹ ਮੂਐ ਸੁਖ ਹੋਏ। ਉਸ ਇੱਕ ਹੁਣ ਮਨੁੱਖ ਦੇ ਸਾਹਮਣੇ ਚੋਣ ਰੱਖ ਦਿੱਤੀ ਜਾਵੇ, ਦੁਨਿਆਵੀ ਤੌਰ 'ਤੇ ਗੱਲ ਕਰ ਲਈਏ, ਜਿਵੇਂ ਕਾਨੂੰਨ ਦੇ ਸਾਹਮਣੇ ਚੋਣ ਹੋਵੇ ਕਿ ਇੱਕ ਪਾਸੇ 6 ਮਨੁੱਖ ਮਾਰੇ ਜਾਣ ਤੇ ਫਿਰ ਸਮਾਜ ਦੇ ਵਿੱਚ ਸ਼ਾਂਤੀ ਹੋਵੇ, ਜਾਂ ਇੱਕ ਪਾਸੇ ਇੱਕੋ ਮਨੁੱਖ ਮਾਰ ਦਈਏ ਤੇ ਸਮਾਜ ਦੇ ਵਿੱਚ ਸ਼ਾਂਤੀ ਪਸਰ ਜਾਏ, ਤਾਂ ਕਾਨੂੰਨ ਕਿਹਦੀ ਚੋਣ ਕਰੇਗਾ? ਕਾਨੂੰਨ ਕਹੇਗਾ ਭਾਵੇਂ ਦੋਵੇਂ ਗਲਤ ਹੋਣ, ਇੱਕ ਪਾਸੇ 6 ਵੀ ਗਲਤ ਹੋਣ, ਇੱਕ ਪਾਸੇ ਇੱਕ ਵੀ ਗਲਤ ਹੋਵੇ, ਤਾਂ ਵੀ ਕਾਨੂੰਨ ਕਹੇਗਾ 6 ਦੀ ਮਹੱਤਤਾ ਜ਼ਿਆਦਾ ਹੈ ਕਿਉਂਕਿ ਉਹਨਾਂ ਦੀ ਜ਼ਿੰਦਗੀ 6 ਹੈ, ਇਸ ਕਰਕੇ ਇੱਕ ਨੂੰ ਮਾਰ ਦੇਣਾ ਜ਼ਰੂਰੀ ਹੈ ਜਾਂ ਠੀਕ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਕਿਹੜਾ ਆਪਣੇ ਜੀਵਨ ਦੇ ਵਿੱਚੋਂ ਭਾਵ ਮਾਰੀਏ ਜਿਹਦੇ ਨਾਲ ਜੀਵਨ ਦੇ ਬਾਕੀ ਸਾਰੇ ਭਾਵ ਆਪਣੇ ਆਪ ਖਤਮ ਹੋ ਜਾਣ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਏਕ ਮਰਨ ਤੇ, ਇੱਕ ਦੇ ਮਰਨ ਦੇ ਨਾਲ। ਹੁਣ ਇੱਕ ਐਸਾ ਕਿਹੜਾ ਤੱਤ ਹੈ? ਅਸੀਂ 5 ਵਿਕਾਰਾਂ ਦੀ ਵਿਚਾਰ ਕਰਦੇ ਹਾਂ, ਉਹਦੇ ਵਿੱਚ ਜਿਹੜੇ ਵਿਕਾਰਾਂ ਦਾ ਜ਼ਿਕਰ ਆਉਂਦਾ ਹੈ ਉਹਦੇ ਵਿੱਚ ਇੱਕ ਵਿਕਾਰ ਹੈ ਅਹੰਕਾਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਇੱਕ ਅਹੰਕਾਰ ਨੂੰ ਖਤਮ ਕਰ ਲਿਆ ਜਾਵੇ ਤਾਂ ਇਸ ਅਹੰਕਾਰ ਦੇ ਨਾਲ 2 ਮਰ ਸਕਦੇ ਨੇ। 2 ਮਰਨ ਦਾ ਭਾਵ ਰਾਗ ਤੇ ਦਵੈਸ਼। ਹੁਣ ਇੰਨੀ ਇਸ ਗੱਲ ਦਾ ਵਿਸਥਾਰ ਆਪ ਦੇ ਸਰਮੁਖ ਰੱਖਾਂ। ਮਨੁੱਖ ਜਦੋਂ ਜਨਮ ਲੈ ਕੇ ਸੰਸਾਰ ਦੇ ਵਿੱਚ ਆਉਂਦਾ ਹੈ, ਉਹਨੂੰ ਆਪਣੀ ਹਸਤੀ ਦਾ ਕੋਈ ਬੋਧ ਨਹੀਂ ਹੁੰਦਾ। ਮਨੋਵਿਗਿਆਨ ਆਖਦਾ ਕਿ ਬੰਦਾ ਹਉਮੈ ਤੋਂ ਨਿਰਲੇਪ ਹੋ ਕੇ ਆਉਂਦਾ, ਪਰ ਜਗਤ ਦੇ ਪ੍ਰਵੇਸ਼ ਸਾਰ ਹੀ ਥੋੜ੍ਹੇ ਸਮੇਂ ਬਾਅਦ ਹਉਂ ਦਾ ਪਸਾਰਾ ਇਹਦੀ ਬੁੱਧ, ਇਹਦੇ ਕਰਮ ਅਤੇ ਇਹਦੀ ਸੋਚਣੀ ਅੰਦਰ ਵਿਗਸਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਬੱਚਾ ਇਹ ਨਹੀਂ ਆਖਦਾ ਮੈਨੂੰ ਭੁੱਖ ਲੱਗੀ ਹੈ, ਉਹ ਆਪਣੇ ਪੇਟ ਦਾ ਇਸ਼ਾਰਾ ਕਰਕੇ ਆਖਦਾ ਇਹਨੂੰ ਭੁੱਖ ਲੱਗੀ ਹੈ। ਇਹਦਾ ਭਾਵ ਹੈ ਜੇ ਹਉਂ ਤੋਂ ਜਾਂ ਆਪਣੀ ਮੈਂ ਹੋਣ ਦੀ ਜਿਹੜੀ ਹਸਤੀ ਹੈ ਉਹਦੇ ਤੋਂ ਅਜੇ ਨਿਰਲੇਪ ਹੈ, ਅਜੇ ਅਛੋਹ ਹੈ। ਫਿਰ ਜਿਵੇਂ ਜਿਵੇਂ ਜੀਵਨ ਦਾ ਸਫ਼ਰ ਵੱਧਦਾ ਹੈ, ਜੀਵਨ ਦੇ ਵਿੱਚ ਆਪਣੀ ਵਿਆਕਰਨਿਕ ਲੋੜ ਕਰਕੇ ਤਾਂ ਮੈਂ ਸ਼ਬਦ ਵਰਤਣਾ ਪੈਂਦਾ, ਜਿਵੇਂ ਦੱਸਣ ਦੇ ਲਈ ਕਿ ਮੇਰਾ ਨਾਮ ਜਾਂ ਮੇਰੀ ਘਰ, ਮੇਰਾ ਨਗਰ, ਇਹ ਤਾਂ ਵਿਆਕਰਨਿਕ ਲੋੜ ਹੈ ਨਾ, ਦੱਸਣਾ ਪਏਗਾ, ਮੈਂ ਸ਼ਬਦ ਵਰਤਣਾ ਪਏਗਾ। ਪਰ ਇਹਦੀ ਸੂਖਮ ਭਾਵਨਾ ਮਨੁੱਖ ਦੇ ਸਾਈਕੀ ਦੇ ਉਹਦੇ ਮਨੋਵਿਗਿਆਨ ਵਿੱਚ ਸ਼ਾਮਲ ਹੋ ਜਾਂਦੀ ਹੈ ਅਤੇ ਮਨੁੱਖ ਉਸ ਦੇ ਤਹਿਤ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ। ਫਿਰ ਮੈਂ ਮੇਰੀ ਦੇ ਕਰਕੇ ਆਪਣੀ ਹਸਤੀ ਬਣਾਉਂਦਾ ਹੈ। ਮੈਂ ਉੱਤਮ ਹਾਂ, ਮੇਰਾ ਕੀਤਾ ਉੱਤਮ ਹੈ, ਮੈਂ ਕਰ ਸਕਦਾ ਹਾਂ। ਇਸ ਤਰ੍ਹਾਂ ਹਰੇਕ ਕਾਰਜ ਦੀ ਸ਼੍ਰੇਸ਼ਟਤਾ ਦੇ ਨਾਲ, ਵਿਸ਼ੇਸ਼ਤਾ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਆਪਣਾ ਉੱਚਾਪਣ, ਉੱਤਮਪੁਣਾ ਸਿੱਧ ਕਰਦਾ ਹੈ। ਅਤੇ ਇਸ ਉੱਤਮ ਦੇ ਸਿੱਧ ਕਰਨ ਨੂੰ ਹੀ ਫਿਰ ਇਹਦੀ ਹਉਂ ਬਣ ਜਾਂਦੀ ਹੈ ਕਿ ਮੈਂ ਹੀ ਜੱਗ ਦੇ ਵਿੱਚ ਬੜਾ ਕੁਝ ਸ਼੍ਰੇਸ਼ਟ ਹੈ। ਇਸ ਕਰਕੇ ਨਾ ਹੰਕਾਰ ਦੇ ਸੰਬੰਧ ਵਿੱਚ ਨਾ ਇੱਕ ਗੱਲ ਕਹੀ ਜਾਂਦੀ ਹੈ, ਕਹਿੰਦੇ ਜਿਹੜਾ ਬੰਦਾ ਅਹੰਕਾਰੀ ਹੁੰਦਾ ਨਾ, ਉਹ ਸਮਝਦਾ ਕਿ ਮੈਂ ਸੋਨੇ ਦਾ ਬਣਿਆ ਹੋਇਆ ਹਾਂ, ਬਾਕੀ ਸਾਰੇ ਮਾਸ ਦੇ ਬਣੇ ਹੋਏ ਆ।
ਇਸੇ ਪ੍ਰਕਾਰ ਜਦੋਂ ਮਨੁੱਖ ਦੇ ਅੰਦਰ ਹਉਂ ਪੈਦਾ ਹੁੰਦੀ ਹੈ ਅਤੇ ਹਉਂ ਜਦੋਂ ਮੈਂ ਦੇ ਨਾਲ ਜੁੜ ਜਾਂਦੀ ਹੈ ਤਾਂ ਉਹ ਅਹੰਕਾਰ ਬਣ ਜਾਂਦਾ ਕਿ ਮੈਂ ਕਰਨ ਵਾਲਾ ਹਾਂ। ਅਤੇ ਜੇ ਰੱਬੀ ਰੂਪ ਦੇ ਵਿੱਚ ਜੀਵੇ ਫਿਰ ਤਾਂ ਸਾਰੀ ਵਰਤਣ ਉਸ ਪ੍ਰਭੂ ਦੀ ਵਿਚਰਦੀ ਹੈ, ਪਰ ਅਹੰਕਾਰ ਦੇ ਪੈਦਾ ਹੋਣ ਕਰਕੇ ਮਨੁੱਖ ਆਪਣੀ ਹਸਤੀ ਨੂੰ ਅਕਾਲ ਪੁਰਖ ਦੇ ਕਿਰਪਾ ਸਰੂਪ ਤੋਂ ਵੱਖਰਿਆ ਕਰਕੇ ਵਿਸ਼ੇਸ਼ ਮੰਨਣ ਲੱਗ ਪੈਂਦਾ ਅਤੇ ਵਿਸ਼ੇਸ਼ ਸਿੱਧ ਵੀ ਕਰਨ ਲੱਗ ਪੈਂਦਾ ਹੈ। ਇੱਕ ਤਾਂ ਹੁੰਦਾ ਨਾ ਕਿ ਬੰਦਾ ਆਪਣੇ ਆਪ ਨੂੰ ਗੱਲ ਨੂੰ ਕਿਸੇ ਆਪਣੇ ਤਲ 'ਤੇ ਮੰਨੀ ਜਾਵੇ, ਪਰ ਜਦੋਂ ਬੰਦਾ ਅਹੰਕਾਰ ਦੇ ਵਿੱਚ ਹੁੰਦਾ ਹੈ ਫਿਰ ਉਹ ਆਪਣੀ ਇਸ ਚੀਜ਼ ਨੂੰ ਸਿੱਧ ਵੀ ਕਰਨ ਲੱਗ ਪੈਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਏਕ ਮਰਨ 'ਤੇ, ਇੱਕ ਅਹੰਕਾਰ ਦੇ ਮਰਨ ਨਾਲ ਦੋ ਮਰ ਗਏ ਰਾਗ ਅਤੇ ਦਵੈਸ਼। ਹੁਣ ਇੱਥੋਂ ਗੱਲ ਇਹ ਯਾਦ ਰੱਖਣੀ, ਅਗਲਾ ਭਾਵ ਹੈ ਰਾਗ ਅਤੇ ਦਵੈਸ਼। ਰਾਗ ਦਾ ਅਰਥ ਕੀ ਹੁੰਦਾ ਹੈ? ਅਸੀਂ ਕੁਝ ਸਮਾਂ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ, ਵਿਵਹਾਰ ਦੀ ਸਾਂਝ ਪੈਂਦੀ ਹੈ, ਲੈਣ ਦੇਣ ਦਾ ਥੋੜ੍ਹਾ ਸੰਬੰਧ ਬਣਦਾ ਹੈ, ਕੁਝ ਸਮਾਂ ਉਹਦੇ ਨਿਕਟ ਰਹਿਣ ਦਾ ਕੋਈ ਸਬੱਬ ਬਣਦਾ ਹੈ। ਇਸੇ ਦੌਰਾਨ ਸਾਡਾ ਉਹਦੇ ਨਾਲ ਲਗਾਅ ਪੈਦਾ ਹੋ ਜਾਂਦਾ ਹੈ, ਇੱਕ ਖਾਸ ਤਰ੍ਹਾਂ ਦਾ ਲਗਾਵ ਪੈਦਾ ਹੋ ਜਾਂਦਾ ਹੈ। ਹੁਣ ਸਾਡੀ ਸਮੱਸਿਆ ਕੀ ਹੈ ਕਿ ਅਸੀਂ ਇਸ ਲਗਾਵ ਨੂੰ ਪ੍ਰੇਮ ਸਮਝ ਬੈਠਦੇ ਹਾਂ, ਪਰ ਇਹ ਲਗਾਵ ਅਸਲ ਦੇ ਵਿੱਚ ਰਾਗ ਹੁੰਦਾ ਹੈ ਕਿ ਰਾਗ ਕਰਕੇ ਕੋਈ ਦੂਜਾ ਚੰਗਾ ਲੱਗਣ ਲੱਗ ਪੈਂਦਾ, ਦੂਜਾ ਥੋੜ੍ਹਾ ਉਹਦੇ ਨਾਲ ਸਨੇਹ ਪੈਦਾ ਹੋਣ ਲੱਗ ਪੈਂਦਾ ਹੈ, ਅਤੇ ਰਾਗ ਕਰਕੇ ਅਸੀਂ ਚੀਜ਼ਾਂ ਦੇ ਨਾਲ ਜੁੜਦੇ ਹਾਂ, ਉਹਨਾਂ ਦੇ ਨਾਲ ਆਕਰਸ਼ਣ ਪੈਦਾ ਹੁੰਦਾ ਹੈ, ਪਰ ਉਹ ਪ੍ਰੇਮ ਨਹੀਂ ਹੁੰਦਾ। ਕਿਉਂਕਿ ਰਾਗ ਦੇ ਵਿੱਚ ਜਿਹਦੇ ਨਾਲ ਲਗਾਵ ਹੈ, ਜਦੋਂ ਉਹ ਲਗਾਵ ਵਾਲਾ ਦੂਰ ਚਲਿਆ ਗਿਆ ਜਾਂ ਲਗਾਵ ਵਾਲੇ ਨੇ ਇਨਕਾਰ ਕਰ ਦਿੱਤਾ ਤਾਂ ਉਸ ਦਵੈਸ਼ ਭਾਵ ਕਿ ਈਰਖਾ ਪੈਦਾ ਹੋ ਜਾਂਦੀ ਹੈ। ਤਾਂ ਇਸੇ ਪ੍ਰਕਾਰ ਹੁਣ ਅਹੰਕਾਰ ਕਰਕੇ ਰਾਗ ਪੈਦਾ ਹੁੰਦਾ। ਅਹੰਕਾਰ ਕਰਕੇ ਰਾਗ ਕਿਵੇਂ ਪੈਦਾ ਹੁੰਦਾ ਹੈ? ਜਿਵੇਂ ਅਸੀਂ ਜਾਣਦੇ ਹਾਂ ਕਿ ਆਪਣੀ ਹਸਤੀ ਨੂੰ ਨਹੀਂ ਜਾਣਿਆ, ਫਿਰ ਆਪਣੀ ਹਸਤੀ ਨੂੰ ਮੈਂ ਦੇ ਵਿੱਚ ਪਾ ਕੇ ਸੰਬੰਧਾਂ ਦੁਆਰਾ ਜਾਣਨਾ ਚਾਹੁੰਦੇ ਹਾਂ। ਸੰਬੰਧਾਂ ਦੁਆਰਾ ਜਾਣਨ ਦੇ ਲਈ ਭੈਣ ਭਰਾ ਸਾਰੇ ਸੰਬੰਧੀ ਹਨ, ਤਾਂ ਇਹ ਸਾਡੇ ਜੀਵਨ ਦੀ ਵਰਤਣ ਦੇ ਲਈ ਮਿਲੇ ਹਨ। ਮਨੁੱਖ ਇਹਨਾਂ ਨਾਲ ਲਗਾਵ ਬਣਾ ਲੈਂਦਾ ਹੈ, ਪਰ ਜਦੋਂ ਕਾਲ ਦੇ ਚੱਕਰ ਵਿੱਚ ਚੱਲਦਿਆਂ ਉਹ ਲਗਾਵ ਟੁੱਟ ਜਾਂਦਾ ਹੈ। ਜਾਂ ਜਿਵੇਂ ਅੱਜ ਦੁਨੀਆਦਾਰੀ ਦੀ ਫਿਤਰਤ ਹੈ ਕਿ ਮਨੁੱਖ ਪਦਾਰਥਕ ਰੁਚੀਆਂ ਕਰਕੇ ਹਰੇਕ ਦੇ ਨਾਲ ਨਿੱਜ ਪ੍ਰਸਤੀ ਦਾ, ਸਵਾਰਥ ਪ੍ਰਸਤੀ ਦਾ, ਮੌਕਾ ਪ੍ਰਸਤੀ ਦਾ ਜਿਹੜਾ ਵਿਵਹਾਰ ਕਰਦਾ ਹੈ, ਜਦੋਂ ਲਗਾਵ ਦੇ ਵਿੱਚ ਇਹ ਚੀਜ਼ ਸਾਹਮਣੇ ਆਉਂਦੀ ਹੈ, ਚਾਹੇ ਪਰਿਵਾਰਕ ਤਲ 'ਤੇ ਹੋਵੇ ਚਾਹੇ ਸਮਾਜਿਕ ਤਲ 'ਤੇ ਬੰਦੇ ਅੰਦਰ ਦਵੈਸ਼ ਪੈਦਾ ਹੋ ਜਾਂਦਾ। ਭਾਵ ਕਿ ਜਿਵੇਂ ਅਸੀਂ ਕਿਸੇ ਦੇ ਨਾਲ ਸਨੇਹ ਹੋ ਕੇ ਉਹਦੀ ਮਦਦ ਕੀਤੀ ਹੋਵੇ ਅਤੇ ਇਵਜ਼ ਦੇ ਵਿੱਚ ਦੁਬਾਰਾ ਸਾਡੀ ਉਹ ਨਾ ਕਰੇ, ਤਾਂ ਉਹੀ ਜਿਹਦੇ ਨਾਲ ਸਨੇਹ ਸੀ, ਜਿਹਦੇ ਨਾਲ ਲਗਾਵ ਸੀ, ਉਹਦੇ 'ਤੇ ਕਰੋਧ ਆਉਣਾ, ਉਹਦਾ ਜਿਹੜਾ ਹੋਣਾ ਨਾ ਚੰਗਾ ਲੱਗਣਾ ਸ਼ੁਰੂ ਕਰ ਦਿੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਹੰਕਾਰ, ਕਿ ਆਪਣੇ ਆਪ ਦੇ ਪ੍ਰਭਾਵ ਨੂੰ ਵਧਾਉਣ ਲਈ ਸੰਬੰਧ ਜੋੜੇ ਸਨ, ਜਦੋਂ ਉਹਨਾਂ ਸੰਬੰਧਾਂ ਦੇ ਵਿੱਚ ਲਗਾਵ ਤੋਂ ਅਗਲਾ ਇਨਕਾਰੀ ਹੋ ਗਿਆ ਤਾਂ ਦਵੈਸ਼ ਪੈਦਾ ਹੋ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਅਹੰਕਾਰ ਦੇ ਕਰਕੇ ਰਾਗ ਅਤੇ ਦਵੈਸ਼ ਪੈਦਾ ਹੁੰਦੇ ਨੇ। ਹੁਣ ਇਸੇ ਪ੍ਰਕਾਰ ਮਨੁੱਖ ਦੀ ਸਮੱਸਿਆ ਇਹ ਹੈ ਕਿ ਨਾ ਤਾਂ ਇਹ ਅਹੰਕਾਰ ਨੂੰ ਸਮਝਦਾ ਹੈ, ਨਾ ਇਹ ਰਾਗ ਦਵੈਸ਼ ਨੂੰ ਸਮਝਦਾ ਹੈ। ਹੁਣ ਸਾਡਾ ਕਿਤਨੀਆਂ ਚੀਜ਼ਾਂ ਪ੍ਰਤੀ ਲਗਾਵ ਪੈਦਾ ਹੁੰਦਾ ਹੈ, ਜਦੋਂ ਉਹ ਲਗਾਵ ਟੁੱਟਦਾ ਹੈ ਸਾਨੂੰ ਨਿਰਾਸ਼ਾ ਹੁੰਦੀ ਹੈ। ਫਿਰ ਅਸੀਂ ਕੀ ਕਰਦੇ ਹਾਂ? ਫਿਰ ਕਈ ਮਨੁੱਖ ਇੱਥੇ ਕੁ ਸੁਚੇਤ ਹੋ ਜਾਂਦੇ ਨੇ, ਉਹ ਫਿਰ ਯਤਨ ਕਰਦੇ ਨੇ ਮੈਂ ਆਪਣੇ ਅੰਦਰੋਂ ਦਵੈਸ਼ ਕੱਢ ਦਿਆਂ। ਫਿਰ ਜਿਹੜੇ ਰੁੱਸੇ ਹੁੰਦੇ ਨੇ ਜਾਂ ਜਿਨ੍ਹਾਂ ਦੇ ਨਾਲ ਤਲਖੀ ਕਰਕੇ ਸੰਬੰਧ ਵਿਗੜੇ ਹੁੰਦੇ ਨੇ, ਉਹਨਾਂ ਨੂੰ ਜਾ ਕੇ ਮਨਾਉਣਾ ਸ਼ੁਰੂ ਕਰ ਦਿੰਦੇ ਨੇ ਅਤੇ ਕੋਸ਼ਿਸ਼ ਕਰਦੇ ਨੇ ਮੇਰਾ ਦਵੈਸ਼ ਮਿਟ ਜਾਏ। ਪਰ ਇਹ ਨਹੀਂ ਜਾਣਦੇ ਕਿ ਜਿਹੜਾ ਦਵੈਸ਼ ਹੈ ਉਹ ਰਾਗ ਕਰਕੇ ਪੈਦਾ ਹੋਇਆ ਹੈ। ਰਾਗ ਦਾ ਭਾਵ ਲਗਾਵ, ਆਸਕਤੀ, ਅਤੇ ਜੇ ਰਾਗ ਹੀ ਨਾ ਹੋਏਗਾ ਅਤੇ ਦਵੈਸ਼ ਨਹੀਂ ਹੋਵੇਗਾ। ਭਾਵ ਕਿ ਜੇ ਕਿਸ ਚੀਜ਼ ਨੂੰ ਮੈਂ ਆਪਣਾ ਜਾਣਿਆ ਨਹੀਂ ਹੈ ਅਤੇ ਜਾਂ ਜਦੋਂ ਉਹਦੇ 'ਤੇ ਕੋਈ ਹੋਰ ਦੂਜਾ ਦਾਅਵਾ ਕਰੇਗਾ ਤਾਂ ਮਨੁੱਖ ਦਾ ਦਵੈਸ਼ ਪੈਦਾ ਹੀ ਨਹੀਂ ਹੋ ਸਕਦਾ। ਜਿਵੇਂ ਪਿੰਡਾਂ ਦੇ ਵਿੱਚ ਸ਼ਾਮਲਾਟ ਜ਼ਮੀਨ ਹੁੰਦੀ ਹੈ, ਉਹਨੂੰ ਉਹਦੇ ਨੇੜੇ ਭਾਵੇਂ ਕਿਸੇ ਨੇ ਘਰ ਪਾਇਆ ਹੋਵੇ, ਪਰ ਕੋਈ ਆਪਣੇ ਮਨ 'ਚ ਖਿਆਲ ਨਹੀਂ ਰੱਖਦਾ ਕਿ ਮੇਰੀ ਹੈ। ਇਸ ਕਰਕੇ ਗੌਰਮੈਂਟ ਦੀ ਹੁੰਦੀ ਉਹ ਸੰਪੱਤੀ, ਉਹ ਜਦੋਂ ਮਰਜ਼ੀ ਆ ਕੇ ਜੋ ਮਰਜ਼ੀ ਉੱਥੇ ਉਸਾਰੀ ਕਰ ਲਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਕਿਉਂਕਿ ਉਸ ਥਾਂ ਦਾ ਭਾਵ ਹੀ ਆਪਣੇ ਅੰਦਰ ਨਹੀਂ ਰੱਖਿਆ ਕਿ ਮੇਰੀ ਹੈ। ਇਸ ਕਰਕੇ ਅਹੰਕਾਰ ਦੇ ਭਾਵ ਕਰਕੇ ਮਨੁੱਖ ਪਹਿਲਾਂ ਰਾਗ ਪੈਦਾ ਕਰਦਾ ਹੈ, ਰਾਗ ਕਰਕੇ ਲਗਾਵ ਪੈਦਾ ਹੁੰਦਾ, ਥੋੜ੍ਹਾ ਨਿਕਟਵਰਤੀ ਸੰਬੰਧ ਬਣਦੇ ਨੇ, ਅਤੇ ਜਦੋਂ ਅਗਲਾ ਮਨੁੱਖ ਇਹਦੇ ਤੋਂ ਨਕਾਰੀ ਹੋ ਜਾਵੇ ਅਤੇ ਫਿਰ ਦਵੈਸ਼ ਬਣ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਅਹੰਕਾਰ ਦੇ ਮਰਨ ਨਾਲ ਰਾਗ ਅਤੇ ਦਵੈਸ਼ ਦੋਵੇਂ ਮਰ ਸਕਦੇ ਹਨ।
ਹੁਣ ਰਾਗ ਤੇ ਦਵੈਸ਼ ਦੇ ਸੰਬੰਧ ਵਿੱਚ ਇੱਕ ਹੋਰ ਨੁਕਤਾ ਬੜਾ ਜ਼ਰੂਰੀ ਹੈ। ਜਿਵੇਂ ਮਨੁੱਖ ਰਾਗ ਕਰਕੇ ਪੈਦਾ ਹੁੰਦਾ ਹੈ, ਜਦੋਂ ਮਨੁੱਖ ਦੇ ਅੰਦਰ ਰਾਗ ਪੈਦਾ ਹੁੰਦਾ ਤੇ ਬੰਦੇ ਦੀ ਅਸਲੀਅਤ 'ਤੇ ਪਰਦਾ ਪੈ ਜਾਂਦਾ ਹੈ। ਅਸਲੀਅਤ 'ਤੇ ਪਰਦਾ ਪੈਣ ਦਾ ਮਤਲਬ ਕੀ ਹੈ ਕਿ ਪਰਿਵਾਰਕ ਸੰਬੰਧੀਆਂ ਨਾਲ ਲਗਾਵ ਪੈਦਾ ਹੋਇਆ ਹੈ। ਇਹਦੇ ਵਿੱਚ ਸੱਚ ਦੀ ਅਸਲੀਅਤ ਹੁਣ ਮਨਫੀ ਹੋ ਗਈ ਹੈ। ਆਪਣੀ ਹਸਤੀ ਉਹਨਾਂ ਨਾਲ ਜੁੜੀ ਹੋਣ ਕਰਕੇ ਸਮਝਦਾ ਹੈ ਕਿ ਸਦੀਵ ਮੇਰੇ ਨਾਲ ਰਹਿਣ, ਪਰ ਜੀਵਨ ਦਾ ਸੱਚ ਇਹ ਨਹੀਂ ਜਾਣਦਾ ਕਿ ਇਹ ਆਪੋ ਆਪਣੇ ਪੱਧਰ 'ਤੇ ਜਾ ਕੇ ਵਿਛੜਨਗੇ। ਇਸ ਕਰਕੇ ਜਦੋਂ ਕਾਲ ਦੀ ਇਹ ਮਾਰ ਵੀ ਵਿਆਪਦੀ ਹੈ ਤਾਂ ਉਦੋਂ ਰੱਬੀ ਦਵੈਸ਼ ਵੀ ਪੈਦਾ ਹੋ ਜਾਂਦਾ, ਭਾਵ ਕਿ ਰੱਬ ਦੇ ਨਾਲ ਵੀ ਇੱਕ ਰੋਸ ਪੈਦਾ ਹੋ ਜਾਂਦਾ। ਤਾਂ ਕਾਹਦੇ ਕਰਕੇ ਕਿ ਆਪਣੇ ਆਪ ਨੂੰ ਉਹਦੇ ਨਾਲ ਜੋੜਿਆ ਸੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਏਕ ਮਰਨ ਤੇ ਦੋਏ ਮੂਏ, ਕਿ ਇੱਕ ਅਹੰਕਾਰ ਮਰ ਜਾਵੇ ਤਾਂ ਰਾਗ ਦਵੈਸ਼ ਵੀ ਮਰ ਜਾਂਦਾ, ਕਿਉਂਕਿ ਹਉ ਨਹੀਂ ਰਹੀ। ਜਦੋਂ ਮੈਂ ਹੀ ਨਾ ਰਹਾਂਗਾ, ਮੈਂ ਆਪਣੀ ਹਸਤੀ ਨਹੀਂ ਰੱਖਾਂਗਾ, ਤੇ ਫਿਰ ਆਪਣੀ ਹਸਤੀ ਨੂੰ ਜੋੜਾਂਗਾ ਕਿਹਦੇ ਨਾਲ? ਜਦੋਂ ਹਸਤੀ ਨਾ ਰਹੀ ਤਾਂ ਜੋੜਾਂਗਾ ਕਿਹਦੇ ਨਾਲ? ਤੇ ਜਦੋਂ ਕਿਸੇ ਨਾਲ ਜੁੜੇਗੀ ਨਹੀਂ, ਤੇ ਜੇ ਫਿਰ ਟੁੱਟਣ ਦਾ ਵੀ ਕੋਈ ਡਰ ਨਹੀਂ, ਤੇ ਟੁੱਟਣ ਕਰਕੇ ਫਿਰ ਦਵੈਸ਼ ਵੀ ਨਹੀਂ ਪੈਦਾ ਹੋਏਗਾ। ਇਸੇ ਪ੍ਰਕਾਰ ਗੁਰਬਾਣੀ 'ਚ ਵਾਕ ਆਉਂਦਾ ਹੈ, ਜੋ ਸੰਸਾਰ ਹੈ ਕੈ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ, ਜਿਤ ਦਿਨ ਨੇ ਉਨਕਾ ਸੁਆਓ ਹੋਏ ਨਾ ਆਵੈ, ਤਿਤ ਦਿਨ ਨੇੜੈ ਕੋ ਨਾ ਟੁਕਾਸਾ। ਕੱਲ੍ਹ ਤੱਕ ਗਰਜ ਪੂਰੀ ਹੋ ਰਹੀ ਸੀ ਤੇ ਉਹਨੂੰ ਆਪਣਾ ਸੰਬੰਧੀ ਕਹਿੰਦਾ ਸੀ ਕਿ ਇਹੀ ਮੇਰਾ ਅਸਲ ਮਿੱਤਰ ਹੈ। ਅੱਜ ਕੋਈ ਗਰਜ ਨਹੀਂ ਪੂਰੀ ਹੋਈ ਤੇ ਜਿਹਦੇ ਨਾਲ ਕੱਲ੍ਹ ਤੱਕ ਮਿੱਤਰ ਕਰਕੇ ਜ਼ਿਕਰ ਸੀ, ਅੱਜ ਉਹਨੂੰ ਹੀ ਕਹਿ ਰਿਹਾ ਕਿ ਸਵਾਰਥੀ ਹੈ, ਮਤਲਬ ਪ੍ਰਸਤ ਹੈ। ਤਾਂ ਇਸ ਕਰਕੇ ਕਿ ਆਪ ਅਹੰ ਦੇ ਭਾਵ ਵਿੱਚ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਏਕ ਮਰਨ ਤੇ ਦੋਏ ਮੂਏ। ਸੰਸਕ੍ਰਿਤੀ ਬਾਣੀ ਦੀ ਅਸੀਂ ਵਿਆਖਿਆ ਸ਼ਰਵਣ ਕੀਤੀ ਸੀ, ਉਹਦੇ ਵਿੱਚ ਵੀ ਜ਼ਿਕਰ ਆਉਂਦਾ ਹੈ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਕਿਸੇ ਪ੍ਰਕਾਰ ਕਿ ਤੂੰ ਮਨੁੱਖ ਦੀ ਅਵਸਥਾ ਨੂੰ ਪਾਪਮਈ ਬਣਾ ਦਿੰਦਾ, ਅਹੰਕਾਰ ਜਦੋਂ ਮਨੁੱਖ ਦੇ ਅੰਦਰ ਪ੍ਰਵੇਸ਼ ਕਰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਏਕ ਮਰਨ ਤੇ ਦੋਏ ਮੂਏ। ਇੱਥੋਂ ਤੱਕ ਵਿਚਾਰ ਆਪਦੇ ਸਨਮੁਖ ਰੱਖੀ ਕਿ ਅਹੰਕਾਰ ਦੇ ਮਰਨ ਨਾਲ ਰਾਗ ਤੇ ਦਵੈਸ਼ ਮਰ ਜਾਂਦੇ ਹਨ। ਹੁਣ ਰਾਗ ਤੇ ਦਵੈਸ਼ ਦੇ ਮਰਨ ਨਾਲ ਚਾਰ ਹੋਰ ਮਰ ਜਾਂਦੇ ਨੇ। ਆਇਆ ਨਾ, ਚਾਰ ਦੋਏ ਮਰਨ ਤੇ ਚਾਰ, ਕੇ ਦੋ ਦੇ ਮਰਨ ਤੋਂ ਬਾਅਦ ਚਾਰ ਹੋਰ ਮਰਦੇ ਨੇ। ਚਾਰ ਹੋਰ ਕਿਹੜੇ ਨੇ? ਪੰਜਾਂ ਵਿਕਾਰਾਂ ਦੇ ਵਿੱਚੋਂ ਇੱਕ ਬਾਹਰ ਆ ਗਿਆ, ਅਹੰਕਾਰ। ਇਹ ਹਉਮੈ ਦੇ ਨੇੜੇ ਦਾ ਜੁੜਦਾ ਹੈ। ਬਾਕੀ ਰਹਿ ਗਏ ਚਾਰ, ਕਾਮ ਕ੍ਰੋਧ ਲੋਭ ਤੇ ਮੋਹ। ਹੁਣ ਰਾਗ ਤੇ ਦਵੈਸ਼ ਇਹਨਾਂ ਨਾਲ ਕਿਵੇਂ ਜੁੜਦੇ ਨੇ, ਇਹ ਵੀ ਥੋੜ੍ਹਾ ਧਿਆਨ ਦੇ ਕੇ ਸਮਝਣ ਦਾ ਯਤਨ ਕਰਨਾ। ਜਦੋਂ ਕਿਸੇ ਦੇ ਨਾਲ ਲਗਾਵ ਪੈਦਾ ਹੁੰਦਾ ਹੈ, ਜਦੋਂ ਲਗਾਵ ਕਾਮ ਵਾਲੀ ਰੁਚੀ ਵਾਲਾ ਪੈਦਾ ਹੋਵੇ, ਜਦੋਂ ਮਨੁੱਖ ਦੇ ਅੰਦਰ ਵਿਕਾਰ ਪੈਦਾ ਹੋਣ ਤੇ ਉਹ ਵਿਕਾਰ ਕਿਸੇ ਨਾਲ ਲਗਾਵ ਪੈਦਾ ਕਰ ਦੇਣ, ਭਾਵ ਕਿ ਕਿਸੇ ਦੀ ਸੁੰਦਰਤਾ ਦੇਖ ਕੇ ਮੋਹਿਤ ਹੋ ਜਾਈਏ, ਤੇ ਇਸ ਤਰ੍ਹਾਂ ਦਾ ਮੋਹਿਤ ਹੋ ਜਾਣਾ ਕਾਮ ਦੀ ਰੁਚੀ ਉਤਪੰਨ ਕਰਦਾ ਤੇ ਰਾਗ ਮਨੁੱਖ ਦੇ ਅੰਦਰ ਕਾਮ ਪੈਦਾ ਕਰਦਾ ਹੈ। ਜਦੋਂ ਉਹਦੇ ਅੰਦਰ ਸੁੰਦਰਤਾ ਨੂੰ ਦੇਖਣ ਦੀ ਚਾਹਤ ਹੋਵੇ ਜਾਂ ਕਾਮ ਦੀ ਮਲੀਨਤਾ ਦੇ ਭਾਵ ਹੋਣ ਤਾਂ ਰਾਗ ਕਾਮ ਪੈਦਾ ਕਰਦਾ, ਕਿਉਂਕਿ ਰਾਗ ਦੇ ਵਿੱਚ ਲਗਾਵ ਹੁੰਦਾ ਹੈ। ਹੁਣ ਅਸੀਂ ਸੁੰਦਰਤਾ ਨੂੰ ਦੇਖ ਕੇ ਮੋਹਿਤ ਹੁੰਦੇ ਹਾਂ ਜਾਂ ਉਹਦੇ ਉੱਪਰ ਧਿਆਨ ਕੇਂਦਰਿਤ ਕਰਦੇ ਹਾਂ। ਹੁਣ ਉਹ ਸੁੰਦਰਤਾ ਨਾ ਤਾਂ ਸਾਡੀ ਆਪਣੀ ਹੈ, ਕੋਈ ਬਗਾਨਾ ਹੈ, ਪਰ ਰਾਗ ਨੇ ਲਗਾਵ ਪੈਦਾ ਕੀਤਾ ਤੇ ਉਹ ਕਾਮ ਦੀ ਭੁੱਖ ਪੈਦਾ ਹੋਈ ਤੇ ਮਨੁੱਖ ਦੇਖ ਰਿਹਾ ਹੈ ਤੇ ਇਹਦੇ ਕਰਕੇ ਕਾਮ ਪੈਦਾ ਹੁੰਦਾ ਹੈ। ਹੁਣ ਇਹ ਕਾਮ ਦੀ ਰੁਚੀ ਉਤਪੰਨ ਹੋਈ ਹੈ ਤੇ ਰਾਗ ਕਰਕੇ ਕਾਮ ਬਣਿਆ ਹੈ, ਤੇ ਇਸ ਕਾਮ ਦੀ ਰੁਚੀ ਨੂੰ ਜਿੰਨੇ ਪੂਰਤੀ ਕਰਨ ਦੇ ਵਿੱਚ ਸਹਾਇਤਾ ਕਰ ਦਿੱਤੀ, ਭਾਵ ਕਿ ਜਿੰਨੇ ਪਰਗ੍ਰਹਿ ਜਾਂ ਕਾਮ ਦੇ ਅਨੈਤਿਕ ਸੰਬੰਧਾਂ ਨੂੰ ਜਾਂ ਧਰਮ ਦੀ ਮਰਜ਼ਾਦਾ ਉਲੰਘ ਕੇ ਜਿਹੜੀ ਕਾਮ ਦੀ ਪੂਰਤੀ ਕਰਨੀ, ਜਿੰਨੇ ਇਹਦੇ ਵਿੱਚ ਮਦਦ ਕਰ ਦਿੱਤੀ, ਉਹਦੇ 'ਤੇ ਆ ਗਿਆ ਮੋਹ। ਜਿੰਨੇ ਇਹਦੇ ਵਿੱਚ ਅੜਚਨ ਪਾ ਦਿੱਤੀ, ਉਹਦੇ 'ਤੇ ਆ ਗਿਆ ਕ੍ਰੋਧ। ਇਸ ਕਰਕੇ ਰਾਗ ਕਰਕੇ ਇਹ ਤਿੰਨ ਬਣਦੇ ਨੇ। ਇਸ ਕਰਕੇ ਰਾਗ ਤਿੰਨ ਆਸ਼ਰਿਤ ਹੁੰਦਾ ਹੈ, ਕਾਮ, ਮੋਹ ਤੇ ਅਹੰਕਾਰ। ਇਹਨਾਂ ਤਿੰਨਾਂ 'ਤੇ ਆਸ਼ਰਿਤ ਹੁੰਦਾ ਹੈ ਰਾਗ। ਗੱਲ ਆਪਦੀ ਪਕੜ ਵਿੱਚ ਆਏ, ਰਾਗ ਕਰਕੇ ਸੁੰਦਰਤਾ ਨੂੰ ਦੇਖਿਆ, ਆਕਰਸ਼ਣ ਪੈਦਾ ਹੋਇਆ ਤੇ ਉਹਦੀ ਰੁਚੀ ਪੈਦਾ ਹੋਈ। ਇਸ ਪੈਦਾ ਹੋਣ ਨੂੰ ਕਾਮ ਕਿਹਾ ਜਾਂਦਾ ਹੈ। ਤੇ ਮੁੜ ਕੇ ਯਤਨ ਆਇਆ, ਹੁਣ ਇੱਛਾ ਪੈਦਾ ਹੋ ਗਈ ਹੈ ਕਿਸੇ ਤਰ੍ਹਾਂ ਪੂਰਤੀ ਹੋ ਜਾਵੇ, ਉਸ ਸੁੰਦਰਤਾ ਦੇ ਨਾਲ ਸੰਬੰਧ ਬਣਾਏ ਜਾਣ। ਤਾਂ ਉਸ ਸੰਬੰਧ ਦੇ ਵਿੱਚ ਜਿੰਨੇ ਕਿਸੇ ਨੇ ਸਹਾਇਤਾ ਕਰ ਦਿੱਤੀ, ਉਹਦੇ 'ਤੇ ਮੋਹ ਆ ਗਿਆ, ਫਿਰ ਇੱਕ ਲਗਾਵ ਉਹਦੇ ਨਾਲ ਚਲਾ ਗਿਆ। ਤੇ ਜੇ ਕਿਸੇ ਨੇ ਅੜਚਨ ਪੈਦਾ ਕਰ ਦਿੱਤੀ ਤਾਂ ਉਹਦੇ 'ਤੇ ਕ੍ਰੋਧ ਆ ਗਿਆ। ਇਹ ਰਾਗ ਕਰਕੇ ਤਿੰਨ ਸੰਬੰਧ ਬਣਦੇ ਨੇ ਕਾਮ ਦੇ। ਇਹਦੇ ਨਾਲ ਹੀ ਜੁੜਦਾ ਹੈ ਮੋਹ ਤੇ ਇਹਦੇ ਨਾਲ ਹੀ ਜੁੜਦਾ ਹੈ ਕ੍ਰੋਧ। ਤਾਂ ਇੱਥੋਂ ਅੱਗੇ ਹੁਣ ਜਦੋਂ ਮਨੁੱਖ
ਰਾਗ ਕਰਕੇ ਮਨੁੱਖ ਦੇ ਅੰਦਰ ਪਦਾਰਥ ਪ੍ਰਾਪਤੀ ਦੀ ਇੱਛਾ ਪੈਦਾ ਹੁੰਦੀ ਹੈ। ਹੁਣ ਦੁਨੀਆ ਦੇ ਵਿੱਚ ਬੜਾ ਕੁਝ ਪਿਆ ਹੈ, ਬੜੀਆਂ ਕੀਮਤੀ ਚੀਜ਼ਾਂ ਪਈਆਂ ਨੇ, ਸਾਡੇ ਕੋਲ ਵੀ ਕਾਫੀ ਹਨ, ਪਰ ਕਾਫੀ ਹੋਣ ਦੇ ਬਾਵਜੂਦ ਪਦਾਰਥ ਦੀ ਪ੍ਰਾਪਤੀ ਕਰਕੇ ਕਿਸੇ ਦੂਜੇ ਦੇ ਪ੍ਰਾਪਤੀ 'ਤੇ ਨਜ਼ਰ ਗਈ ਹੈ, ਦੂਜੇ ਦੀ ਪ੍ਰਾਪਤੀ 'ਤੇ ਨਜ਼ਰ ਗਈ ਹੈ, ਭਾਵੇਂ ਕਿ ਲੋੜ ਨਹੀਂ ਹੈ ਪਰ ਨਜ਼ਰ ਚਲੀ ਗਈ ਹੈ। ਹੁਣ ਉਹਦੇ ਨਾਲ ਲਗਾਵ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ, ਅਤੇ ਜਿਹੜਾ ਉਸ ਲਗਾਵ ਦੀ ਉਹਦੇ ਲਗਾਵ ਕਰਕੇ ਫਿਰ ਲੋਭ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਮਨੁੱਖ ਲੋਭ ਦੀ ਬਿਰਤੀ ਦੇ ਵਿੱਚ ਪ੍ਰਵਿਰਤ ਹੋ ਜਾਂਦਾ। ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਹੰਕਾਰ ਦੇ ਮਰਨ ਨਾਲ ਰਾਗ ਦਵੈਸ਼, ਅਤੇ ਰਾਗ ਦਵੈਸ਼ ਦੇ ਮਰਨ ਦੇ ਨਾਲ ਕਾਮ ਕ੍ਰੋਧ ਲੋਭ ਮੋਹ, ਇਹ ਚਾਰ ਮਰ ਜਾਂਦੇ ਹਨ ਜੇ ਮਨੁੱਖ ਦੀਰਘਤਾ ਦੇ ਨਾਲ ਵਾਚੇ। ਨੁਕਤਾ ਆਪਦੇ ਸਨਮੁਖ ਅਰਜ਼ ਕੀਤਾ ਕਿ ਰਾਗ ਕਰਕੇ 3 ਪੈਦਾ ਹੁੰਦੇ ਨੇ ਅਤੇ ਦਵੈਸ਼ ਕਰਕੇ ਕ੍ਰੋਧ ਪੈਦਾ ਹੁੰਦਾ ਹੈ। ਹੁਣ ਜਦੋਂ ਕ੍ਰੋਧ, ਇਹਨਾਂ ਗੱਲਾਂ ਦੇ ਭਾਵ ਨੂੰ ਜੇ ਮਨੋਵਿਗਿਆਨ ਦੇ ਤੌਰ 'ਤੇ ਵਾਚੀ ਤਾਂ ਬੜਾ ਵਿਸਥਾਰ ਮਿਲਦਾ ਇਹਦਾ ਗੁਰਬਾਣੀ ਦੇ ਵਿੱਚ। ਤਾਂ ਇਸੇ ਪ੍ਰਕਾਰ ਹੁਣ ਰਾਗ ਕਰਕੇ ਜਦੋਂ ਕਾਮ ਪੈਦਾ ਹੋਇਆ ਉਦੋਂ ਵੀ ਮਨੁੱਖ ਅਗਿਆਨੀ ਸੀ, ਕਿਉਂਕਿ ਹੁਣ ਮਨੁੱਖ ਸਮਝਦਾ, ਹੁਣ ਦੇਖੋ ਜਦੋਂ ਕਾਮ ਦੇ ਵਿੱਚ ਬੰਦਾ ਪ੍ਰਵਿਰਤ ਹੋਇਆ, ਪਰ ਨਾਰੀ ਹੈ ਪਰ ਪੁਰਸ਼ ਹੈ ਕੋਈ ਸੰਬੰਧ ਨਹੀਂ ਹੈ, ਪਰ ਅਹੰਕਾਰ ਦੇ ਪੈਦਾ ਹੋਣ ਕਰਕੇ ਕਹਿੰਦਾ ਇਹ ਸੁੰਦਰਤਾ ਮੇਰੀ ਹੋਣੀ ਚਾਹੀਦੀ ਹੈ। ਉਂਝ ਕੋਲ ਸੁੰਦਰਤਾ ਹੈ, ਆਪਣੀ ਨਾਰ ਹੈ, ਪਰ ਅਹੰਕਾਰ ਪੈਦਾ ਹੋਣ ਕਰਕੇ ਅਹੰਕਾਰ ਦੇ ਵਿੱਚ ਰਾਗ, ਅਤੇ ਰਾਗ ਦੇ ਵਿੱਚ ਕਾਮ ਪੈਦਾ ਹੋ ਗਿਆ, ਅਤੇ ਕਾਮ ਕਰਕੇ ਦੂਜੀ ਸੁੰਦਰਤਾ ਨੂੰ ਕਹਿੰਦਾ ਮੇਰੀ ਹੋਣੀ ਚਾਹੀਦੀ ਹੈ। ਉਹ ਨਹੀਂ ਹੋ ਸਕਦੀ, ਫਿਰ ਅਨੈਤਿਕ ਯਤਨ ਕਰਦਾ ਹੈ, ਅਤੇ ਜੇ ਅਨੈਤਿਕ ਯਤਨ ਦੇ ਵਿੱਚ ਕੋਈ ਸਹਾਇਕ ਹੋ ਜਾਵੇ ਫਿਰ ਉਹਨੂੰ ਵੀ ਨਾਲ ਲਾ ਲੈਂਦਾ, ਅਤੇ ਜੇ ਕੋਈ ਉਲਟ ਹੋ ਜਾਵੇ ਅਤੇ ਉਹਦੇ 'ਤੇ ਕ੍ਰੋਧ ਆ ਜਾਂਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਪਰਿਵਾਰ ਦਾ ਸਿਲਸਿਲਾ ਨਾਲੇ ਰੱਖੋ। ਹੁਣ ਜਿਵੇਂ ਅਸੀਂ ਆਪਣੇ ਪਰਿਵਾਰ ਦੀ ਬੰਸਾਵਲੀ ਜਾਂ ਖਾਨਦਾਨੀ ਸ਼ਜਰਾ ਦੱਸਣਾ ਹੋਵੇ ਤਾਂ ਕੀ ਕਰਦੇ ਹਾਂ, ਅਸੀਂ ਇਹੀ ਕਹਿੰਦੇ ਹਾਂ ਕਿ ਹੁਣ ਉਦਾਹਰਨ ਦੇ ਤੌਰ 'ਤੇ ਸਾਨੂੰ ਹੱਦ ਨਕੜ ਦਾਦੇ ਤੋਂ ਅੱਗੇ ਨਹੀਂ ਪਤਾ ਹੋਣਾ ਕਿ ਸਾਡਾ ਪਰਿਵਾਰ ਕਿੱਥੋਂ ਚੱਲਿਆ, ਪਰ ਆਖਰ ਇੱਕ ਤਾਂ ਚੇਤੇ ਹੈ, ਜਿਵੇਂ ਪੋਤਾ ਹੈ ਉਹਦਾ ਪਿਓ ਹੋਏਗਾ, ਅੱਗੇ ਦਾਦਾ ਹੋਏਗਾ, ਪੜਦਾਦਾ ਹੋਏਗਾ, ਮਤਲਬ ਖਾਨਦਾਨ 4-5 ਸਟੇਜਾਂ ਦੇ ਨਾਲ ਬਣਦਾ ਹੈ। ਇਸੇ ਪ੍ਰਕਾਰ ਮਨੁੱਖ ਦੇ ਜੀਵਨ 'ਚ ਜਿਹੜੇ ਮਨਮੁਖੀ ਪ੍ਰਭਾਵ ਪੈਦਾ ਹੁੰਦੇ ਨੇ ਉਹ ਇਕੱਲੇ ਵਕਾਰ ਕਰਕੇ ਥੋੜ੍ਹਾ ਪੈਦਾ ਹੁੰਦੇ ਨੇ। ਉਹ ਇੱਕ ਵਕਾਰ ਜਦੋਂ ਪੈਦਾ ਹੁੰਦਾ ਫਿਰ ਆਪਣੇ ਪਰਿਵਾਰ ਨੂੰ ਵੀ ਪੈਦਾ ਕਰ ਲੈਂਦਾ ਨਾਲ। ਉਹ ਕਾਮ ਕ੍ਰੋਧ ਲੋਭ ਮੋਹ ਨੂੰ, ਰਾਗ ਦਵੈਸ਼ ਨੂੰ, ਸਭ ਨੂੰ ਪੈਦਾ ਕਰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਹੰਕਾਰ ਦੇ ਮਰਨ ਨਾਲ ਰਾਗ ਦਵੈਸ਼, ਰਾਗ ਦਵੈਸ਼ ਦੇ ਮਰਨ ਨਾਲ ਕਾਮ ਕ੍ਰੋਧ ਲੋਭ ਮੋਹ ਜਿਹੜੇ ਹਨ ਮਰ ਜਾਂਦੇ ਹਨ। 4 ਮਰਨ ਤੇ ਸ਼ਹ ਮੂਏ, 4 ਪੁਰਖ ਦੋਏ ਨਾਰ। ਤਾਂ ਹੁਣ ਕਹਿੰਦੇ 4 ਤਾਂ ਇਹ ਮਰ ਗਏ, ਹੁਣ ਇਹਨਾਂ ਦੇ ਸਦਕਾ ਸ਼ਹ ਮੂਏ 6 ਹੋਰ ਮਰਦੇ ਨੇ। ਕਿਹੜੇ? ਉਹ 6 ਕਿਹੜੇ ਹਨ? ਹੁਣ ਇਹ ਵੀ ਨੁਕਤਾ ਥੋੜ੍ਹਾ ਧਿਆਨ ਆਪਨੇ ਰੱਖਣਾ, ਸੁਰਤ ਇਕਾਗਰਤਾ ਵਾਲੀ। 4 ਪਹਿਲਾਂ ਅਹੰਕਾਰ, ਅਹੰਕਾਰ ਤੋਂ ਅੱਗੇ 2 ਰਾਗ ਦਵੈਸ਼, ਰਾਗ ਦਵੈਸ਼ ਤੋਂ ਅੱਗੇ 4 ਕਾਮ ਕ੍ਰੋਧ ਲੋਭ ਅਤੇ ਮੋਹ। ਹੁਣ ਇਹਨਾਂ ਚਵਾਂ ਦੇ ਮਰਨ ਦੇ ਨਾਲ 6 ਹੋਰ ਮਰ ਜਾਂਦੇ ਨੇ। 6 ਹੋਰ ਕਿਹੜੇ ਹਨ? ਇਹ ਜੁੱਟ ਸੰਬੰਧ ਵਾਲੇ ਹਨ। ਇਹਦੇ ਨਾਲ ਸਭ ਤੋਂ ਪਹਿਲਾਂ ਮਨੁੱਖ ਦਾ ਮਰਦਾ ਹੈ ਜਨਮ ਮਰਨ, ਫਿਰ ਮਰਦਾ ਹੈ ਹਰਖ ਸੋਕ, ਅਤੇ ਫਿਰ ਮਨੁੱਖ ਦੀ ਮਰਦੀ ਹੈ ਆਸਾ ਤ੍ਰਿਸ਼ਨਾ। ਹੁਣ ਮਨੁੱਖ ਦਾ ਜਨਮ ਮਰਨ, ਪਹਿਲਾਂ ਸਭ ਤੋਂ ਪਹਿਲਾਂ ਹਰਖ ਸੋਕ ਦਾ ਨੁਕਤਾ ਆਪ ਦੇ ਨਾਲ ਸਾਂਝਾ ਕਰਦੇ ਹਾਂ। ਰਾਗ ਕਰਕੇ ਮਨੁੱਖ ਨੂੰ ਕਾਮ ਦੇ ਸੰਬੰਧਾਂ ਦੀ ਜਾਂ ਉਹਦੇ ਮੋਹ ਦੇ ਸੰਬੰਧਾਂ ਦੀ ਜਾਂ ਉਹਦੇ ਲੋਭ ਦੇ ਸੰਬੰਧਾਂ ਦੀ ਪੂਰਤੀ ਹੋਵੇ ਤਾਂ ਬੰਦਾ ਖੁਸ਼ ਹੁੰਦਾ ਹੈ। ਕਾਮ ਦੀ ਭਾਵਨਾ ਤ੍ਰਿਪਤ ਹੋ ਜਾਏ ਤਾਂ ਮਨੁੱਖ ਖੁਸ਼ ਹੁੰਦਾ ਹੈ ਕਿ ਮੇਰੀ ਮਲੀਨ ਭਾਵਨਾ ਤ੍ਰਿਪਤ ਹੋ ਗਈ ਹੈ। ਅਤੇ ਰਾਗ ਕਰਕੇ ਜਿਹੜਾ ਲੋਭ ਪੈਦਾ ਹੋ ਰਿਹਾ ਹੈ, ਉਸ ਲੋਭ ਕਰਕੇ ਕਿਸੇ ਪਦਾਰਥ ਦੀ ਜਾਇਜ਼ ਜਾਂ ਨਜਾਇਜ਼ ਪ੍ਰਾਪਤੀ ਹੋ ਜਾਵੇ ਤਾਂ ਵੀ ਬੰਦਾ ਖੁਸ਼ ਹੋ ਜਾਂਦਾ ਹੈ, ਹਰਖ ਪੈਦਾ ਹੋ ਜਾਂਦਾ। ਹਰਖ ਦਾ ਅਰਥ ਖੁਸ਼ੀ। ਅਤੇ ਜੇ ਰਾਗ ਕਰਕੇ ਮਨੁੱਖ ਦੇ ਅੰਦਰ ਜਿਹੜਾ ਮੋਹ ਹੁੰਦਾ ਹੈ, ਉਹਦੇ ਪਰਿਵਾਰ ਦਾ ਸੰਬੰਧ ਵਿਸਥਾਰਤ ਵਾਲਾ ਹੋ ਜਾਵੇ, ਉਹਦੇ ਅੰਦਰ ਤਾਂ ਵੀ ਹਰਖ ਪੈਦਾ ਹੁੰਦਾ ਹੈ। ਤਾਂ ਇਹ 3 ਕਾਰਨਾਂ ਕਰਕੇ ਮਨੁੱਖ ਦੇ ਅੰਦਰ ਖੁਸ਼ੀ ਜਾਂ ਪ੍ਰਸੰਨਤਾ ਦੇ ਭਾਵ ਪੈਦਾ ਹੁੰਦੇ ਨੇ। ਪਰ ਇਸੇ ਪ੍ਰਕਾਰ ਰਾਗ ਦੇ ਕਰਕੇ ਕਿਤੇ ਮਨੁੱਖ ਦੇ ਅੰਦਰ ਜੇ ਕਾਮ ਦੀ ਭਾਵਨਾ ਕਰਕੇ, ਮਤਲਬ ਕਿਸੇ ਕਾਮੀ ਮਲੀਨਤਾ ਦੇ ਯਤਨ ਕਰਕੇ ਪਤਾ ਲੱਗ ਗਿਆ, ਅਤੇ ਜਦੋਂ ਉਹਦੀ ਨਿੰਦਿਆ ਹੋਈ ਫਿਰ ਉਸੇ ਕਰਕੇ ਸ਼ੋਕ ਪੈਦਾ ਹੁੰਦਾ ਹੈ। ਲੋਭ ਦੀ ਕਾਰਨ ਰਾਗ ਕਰਕੇ ਲੋਭ ਦੇ ਮਗਰ ਜਾਂਦਿਆਂ ਜਦੋਂ ਲੋਭ ਦੀ ਬਿਰਤੀ ਦਾ ਪਤਾ ਲੱਗ ਜਾਂਦਾ, ਚੋਰੀ ਆਦਿਕ ਦਾ ਜਾਂ ਨਜਾਇਜ਼ ਧਨ ਦੇ ਨਾਲ ਕਪਟ ਕਮਾ ਕੇ ਧਨ ਇਕੱਤਰਿਤ ਕਰਨ ਦਾ ਪਤਾ ਲੱਗ ਜਾਂਦਾ ਹੈ, ਉਦੋਂ ਲੋਭ ਦੀ ਬਿਰਤੀ ਸ਼ੋਕ ਬਣ ਜਾਂਦੀ ਹੈ।
ਜਦੋਂ ਮੋਹ ਦੀ ਬਿਰਤੀ ਕਰਕੇ ਸੰਬੰਧੀ ਵਿਛੜਦੇ ਨੇ ਜਾਂ ਸੰਬੰਧੀ ਆਪਣੇ ਸੰਬੰਧਾਂ ਦੀ ਅਸਲੀਅਤ ਤੋਂ ਕਿਨਾਰਾ ਕਰ ਜਾਂਦੇ ਨੇ, ਉਰੋਂ ਸ਼ੋਕ ਪੈਦਾ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸ਼ਹਿ ਮੂਏ ਪਹਿਲੇ ਦੋ ਹਰਖ ਤੇ ਸੋਗ ਰਾਹ ਕਰਕੇ ਪੈਦਾ ਹੁੰਦੇ ਹਨ, ਪਰ ਗੁਜ਼ਰਦੇ ਇਹ ਅੱਗੇ ਚਾਰ ਵਿਕਾਰਾਂ ਦੁਆਰਾ ਹਨ। ਇਸ ਕਰਕੇ ਆਪਣੇ ਧਿਆਨ ਨੂੰ ਇਸ ਨੁਕਤੇ 'ਤੇ, ਕਿਉਂਕਿ ਸਾਰੀ ਵਿਚਾਰ ਬੜੀ ਗਹਿਨ ਹੈ ਕਿ ਰਾਗ ਕਰਕੇ ਜਦੋਂ ਕਾਮ ਪੈਦਾ ਹੋਇਆ ਅਤੇ ਕਾਮ ਦੀ ਰੁਚੀ ਜਦੋਂ ਤ੍ਰਿਪਤ ਹੋ ਗਈ ਉਦੋਂ ਬੰਦਾ ਖੁਸ਼ ਹੋਇਆ। ਜਦੋਂ ਰਾਗ ਕਰਕੇ ਲੋਭ ਪੈਦਾ ਹੋਇਆ ਅਤੇ ਲੋਭ ਕਰਕੇ ਲੋਭ ਦੀ ਪ੍ਰਾਪਤੀ ਹੋ ਗਈ, ਕਿਸੇ ਦੀ ਚੀਜ਼ ਚੁਰਾ ਲਈ ਜਾਂ ਹੜੱਪ ਲਈ, ਉਦੋਂ ਵੀ ਬੜਾ ਖੁਸ਼ ਹੋਇਆ। ਪਰ ਜਦੋਂ ਲੋਭ ਦਾ ਜਾਂ ਕਾਮ ਦਾ ਪਰਦਾ ਫਾਸ਼ ਹੋ ਗਿਆ ਫਿਰ ਮਨ ਦੇ ਵਿੱਚ ਸੋਗ ਵੀ ਹੋ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਾਰ ਮਰਨ ਤੇ ਸ਼ਹਿ ਮੂਏ, ਇਹਨਾਂ ਚਾਰ ਦੇ ਮਰਨ ਨਾਲ ਹਰਖ ਸੋਗ ਮਰ ਜਾਂਦੇ ਨੇ। ਫਿਰ ਅੱਗੇ ਜ਼ਿਕਰ ਆਇਆ ਆਸਾ ਅਤੇ ਤ੍ਰਿਸ਼ਨਾ। ਹੁਣ ਉਦਾਹਰਨ ਦੇ ਤੌਰ 'ਤੇ ਜ਼ਰੂਰੀ ਨਹੀਂ ਕਿ ਮਨੁੱਖ ਜਿਹੜੀ ਲੋਭ ਦੀ ਇੱਛਾ ਰੱਖਦਾ ਹੈ ਉਹਦੀ ਪ੍ਰਾਪਤੀ ਹੋ ਜਾਵੇ, ਕੰਮ ਦੀ ਮਲੀਨ ਭਾਵਨਾ ਦਾ ਖਿਆਲ ਰੱਖਦਾ ਉਹ ਤ੍ਰਿਪਤ ਹੋ ਜਾਏ। ਇਸ ਕਰਕੇ ਜਦੋਂ ਮਨੁੱਖ ਅਹੰਕਾਰ ਦੇ ਸਹਿਤ ਹੁੰਦਾ ਅਤੇ ਉਹਦੇ ਅੰਦਰ ਰਾਗ ਪੈਦਾ ਹੁੰਦਾ ਹੈ ਅਤੇ ਰਾਗ ਕਰਕੇ ਵਿਕਾਰ ਪੈਦਾ ਹੁੰਦੇ ਨੇ, ਸੰਸਾਰ ਦੀ ਪ੍ਰਤੀਤ ਪੈਦਾ ਹੁੰਦੀ ਹੈ, ਤਾਂ ਉਦੋਂ ਮਨੁੱਖ ਦੇ ਅੰਦਰ ਜਿਹੜਾ ਹੈ ਆਸਾ ਪੈਦਾ ਹੁੰਦੀ ਹੈ ਕਿ ਪਦਾਰਥ ਆ ਜਾਣ। ਉਹਦੇ ਮਨੋਵਿਗਿਆਨਕ ਤੌਰ 'ਤੇ ਇੱਕ ਸੂਖਮ ਜੀ ਖਿਆਲ ਬਣਿਆ ਰਹਿੰਦਾ ਹੈ ਕਿ ਕੁਝ ਮੇਰੇ ਕੋਲ ਆ ਜਾਵੇ, ਭਾਵੇਂ ਆ ਨਾ ਸਕਦਾ ਹੋਵੇ। ਸਰੀਰਕ ਤੌਰ 'ਤੇ ਬਿਰਧ ਹੋ ਗਿਆ, ਸਰੀਰਕ ਤੌਰ 'ਤੇ ਬਲ ਨਹੀਂ ਹੈਗਾ ਕਿ ਕਿਸੇ ਪ੍ਰਕਾਰ ਦੇ ਕਾਮ ਦੇ ਆਦਿਕ ਦੀ ਪੂਰਤੀ ਦਾ ਕੋਈ ਵਾਸ਼ਨਾਮਈ ਯਤਨ ਨੂੰ ਪੂਰਿਆਂ ਕਰ ਸਕੇ, ਪਰ ਧੁਰ ਅੰਦਰ ਕਿਤੇ ਆਸ ਪਈ ਹੋਈ ਹੈ ਕਿਸੇ ਤਰ੍ਹਾਂ ਪੂਰਤੀ ਹੋ ਜਾਏ। ਸਾਰੀ ਜ਼ਿੰਦਗੀ ਬੜਾ ਯਤਨ ਕੀਤਾ ਪਰ ਲੋਭ ਦੀਆਂ ਜਿੰਨੀਆਂ ਇੱਛਾਵਾਂ ਨਹੀਂ ਸੀ ਪੂਰੀਆਂ ਹੋ ਸਕੀਆਂ, ਪਰ ਫਿਰ ਵੀ ਕਿਤੇ ਨਾ ਜੀਵਨ ਦੇ ਕਿਸੇ ਹਿੱਸੇ ਵਿੱਚ ਗੱਲ ਪਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਪ੍ਰਾਪਤ ਹੋ ਹੀ ਜਾਵੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਸਾ ਵੀ ਬਣਦੀ ਹੈ ਅਹੰਕਾਰ ਕਰਕੇ, ਕਿਉਂਕਿ ਰਾਗ ਹੁੰਦਾ ਉਹਦੇ ਵਿੱਚ, ਤੇ ਰਾਗ ਕਰਕੇ ਅੱਗੇ ਵਿਕਾਰ ਹੁੰਦੇ ਨੇ। ਇਸੇ ਪ੍ਰਕਾਰ ਜੇ ਇਹ ਪੂਰੀਆਂ ਵੀ ਹੋ ਜਾਣ, ਮਤਲਬ ਕਾਮ ਦੀ ਭਾਵਨਾ ਦੀ ਪੂਰਤੀ ਹੋਣੀ ਸ਼ੁਰੂ ਹੋ ਜਾਏ ਤਾਂ ਉਹ ਤ੍ਰਿਸ਼ਨਾ ਬਣ ਜਾਂਦੀ ਹੈ। ਅੱਗੇ ਤ੍ਰਿਸ਼ਨਾ ਮੁੱਕਦੀ ਨਹੀਂ, ਬੜੀ ਲੰਮੀ ਚਲੀ ਜਾਂਦੀ ਹੈ। ਮੋਹ ਕਰਕੇ ਤ੍ਰਿਸ਼ਨਾ ਕਹਿੰਦੀ ਹੈ ਕਿ ਮੈਨੂੰ ਮਤਲਬ ਸਰੀਰਕ ਤੌਰ 'ਤੇ ਜਿਹੜਾ ਮੋਹ ਹੁੰਦਾ ਮੈਨੂੰ 100 ਸਾਲ ਦੀ ਆਜੂ ਪ੍ਰਾਪਤ ਹੋ ਜਾਵੇ। ਸੰਬੰਧਾਂ ਕਰਕੇ ਮੋਹ ਕਹਿੰਦਾ ਮੇਰਾ ਬਾਗ ਪਰਿਵਾਰ ਬੜਾ ਵੱਡਾ ਹੋਵੇ। ਪਦਾਰਥ ਕਰਕੇ ਮੋਹ ਕਹਿੰਦਾ ਕਿ ਸਾਰਾ ਕੁਝ ਮੇਰੇ ਅਧੀਨ ਹੋਵੇ। ਤਾਂ ਇਸੇ ਪ੍ਰਕਾਰ ਤ੍ਰਿਸ਼ਨਾ ਕਰਕੇ ਲੋਭ ਕਹਿੰਦਾ ਹੈ ਕਿ ਸਾਰੀ ਸੰਪत्ति ਮੇਰੇ ਅਧੀਨ ਹੋਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਾਰ ਮਰਨ ਤੇ ਸ਼ਹਿ ਮੂਏ, ਪਹਿਲਾਂ ਦੋ ਹੋ ਗਏ ਹਰਕ ਸੋਗ, ਹੁਣ ਹੋ ਗਏ ਇਸੇ ਪ੍ਰਕਾਰ ਜਨਮ ਆਸਾ ਅਤੇ ਤ੍ਰਿਸ਼ਨਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤੋਂ ਅਗਲੇ ਦੋ ਬਚਦੇ ਹਨ ਜਨਮ ਮਰਨ, ਉਹ ਕਿਸ ਪ੍ਰਕਾਰ ਖਤਮ ਹੁੰਦੇ ਹਨ। ਹੁਣ ਅਸੀਂ ਗੁਰਬਾਣੀ ਦੇ ਵਿੱਚ ਵਾਕ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਪੈਦਾ ਹੋਏ ਹਾਂ, ਕਦੇ ਮੈਨੂੰ ਮੈਂ ਇੱਕ ਸਾਈਕੋਲੋਜਿਸਟ ਨੂੰ ਸੁਣਿਆ ਸੀ, ਉਹ ਵਿਦਵਾਨ ਸੀ, ਉਹਨੇ ਬੜੀ ਕਮਾਲ ਦੀ ਅਹੰਕਾਰ ਦੇ ਸੰਬੰਧ ਵਿੱਚ ਗੱਲ ਕਹੀ ਸੀ। ਕਹਿੰਦਾ ਬੇਨਾਮ ਪੈਦਾ ਹੋਏ ਹਾਂ, ਬੇਜਾਤ ਪੈਦਾ ਹੋਏ ਹਾਂ, ਇੱਥੋਂ ਤੱਕ ਕਿ ਬੇਸੁੱਧ ਵੀ ਪੈਦਾ ਹੋਏ ਹਾਂ। ਬੱਚੇ ਦੀ ਮਲ ਪ੍ਰਕਿਰਿਆ ਵਿੱਚ ਹੋ ਜਾਂਦੀ, ਕਈ ਵਾਰੀ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੀ ਮਲ ਪ੍ਰਕਿਰਿਆ ਹੋ ਗਈ। ਉਹ ਵਿਦਵਾਨ ਕਹਿਣ ਲੱਗਾ ਕਿ ਸਾਰਾ ਕੁਝ ਸਾਡਾ ਇੱਕ ਬੇਸੁੱਧੀ ਦੇ ਭਾਵ ਵਿੱਚ ਚੱਲਦਾ ਹੈ। ਇਹ ਕਿਹੜੀ ਅਸੀਂ ਜੀਵਨ ਦੀ ਅਵਸਥਾ ਕਮਾ ਲੈਂਦੇ ਹਾਂ ਕਿ ਫਿਰ ਸਾਰਾ ਕੁਝ ਆਪਣਾ ਉੱਤਮ ਸਿੱਧ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਰੀ ਜ਼ਿੰਦਗੀ ਕਈ ਤਾਂ ਇਸ ਪੱਧਰ 'ਚ ਹੀ ਲੰਘ ਜਾਂਦੇ ਨੇ, ਜੇ ਮੇਰਾ ਗੋਤਰ ਵਿਸ਼ੇਸ਼ਣ ਨਹੀਂ ਨਾਲ ਲਿਖਿਆ, ਮੇਰਾ ਜਾਤੀ ਵਿਸ਼ੇਸ਼ਣ ਨਹੀਂ ਬੋਲਿਆ, ਇਸੇ ਪ੍ਰਕਾਰ ਮੇਰੀ ਪ੍ਰਤਿਭਾ ਦਾ ਵਿਸ਼ੇਸ਼ਣ ਨਹੀਂ ਮੇਰੇ ਨਾਲ ਬੋਲਿਆ, ਮੇਰੇ ਧਨ ਸੰਪਤੀ ਦਾ ਜਿਹੜਾ ਟਾਈਟਲ ਬਣਦਾ ਉਹ ਨਹੀਂ ਮੇਰੇ ਨਾਲ ਬੋਲਿਆ, ਮੈਂ ਇਸ ਕਰਕੇ ਕਿਉਂ ਨਹੀਂ ਜਾਣਿਆ ਗਾ। ਸਾਰੀ ਜ਼ਿੰਦਗੀ ਕਈ ਵਾਰੀ ਐਂ ਹੀ ਬੰਦੇ ਦੀ ਵਿਅਸਤ ਚਲੀ ਜਾਂਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੁਣ ਅਹੰਕਾਰ ਕਰਕੇ ਆਪਣੀ ਹਸਤੀ ਨੂੰ ਵੱਖਰਿਆ ਬਣਾਉਣਾ ਨਹੀਂ ਸੀ। ਅਹੰਕਾਰ ਕਰਕੇ ਮਨੁੱਖ ਕੂੜਿਆਰ ਹੋ ਜਾਂਦਾ ਹੈ, ਅਤੇ ਜੇ ਅਹੰਕਾਰ ਕਰਕੇ ਹੀ ਆਪਣੀ ਬੁੱਧ ਦਾ ਦਾਅਵਾ ਕਰਦਾ, ਭਾਵੇਂ ਮਨਮੁਖਾਂ ਵਾਲੀ ਹੋਵੇ, ਪਰ ਜੇ ਅਹੰਕਾਰ ਨਾ ਹੋਵੇ ਤਾਂ ਗੁਰਮੁਖ ਆਪਣੀ ਬੁੱਧ ਗੁਰੂ ਨੂੰ ਸੌਂਪਦਾ ਹੈ। ਉਹ ਆਪਣਾ ਚਿੱਤ ਵੀ ਗੁਰੂ ਨੂੰ ਸੌਂਪਦਾ ਹੈ, ਆਪਣੇ ਜੀਵਨ ਦਾ ਸਾਰਾ ਬਲ ਹੀ ਗੁਰੂ ਨੂੰ ਸੌਂਪਦਾ ਹੈ। ਕਿਉਂ? ਉਹਨੂੰ ਪਤਾ ਹੈ ਕਿ ਗੁਰੂ ਸ਼ਬਦ ਦੀ ਰੌਸ਼ਨੀ ਦੇ ਵਿੱਚ ਗੁਰਮਤਿ ਦੇ ਨਾਲ ਜੀਵਨ ਦੇ ਵਿੱਚ ਚੱਲਾਂਗਾ ਅਤੇ ਮੇਰੀ ਵੱਖਰੀ ਹਸਤੀ ਦੀ ਹਉਮੈ ਨਹੀਂ ਪੈਦਾ ਹੋਏਗੀ, ਅਤੇ ਮੈਂ ਸਦਾ ਹੀ ਇਸ ਭਾਵ ਦੇ ਵਿੱਚ ਰਹਾਂਗਾ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ। ਜਾਂ ਅਸੀਂ ਵੇਖੋ, ਸਾਨੂੰ ਗੁਰੂ ਸਾਹਿਬ ਜੀ ਨੇ ਕਦੇ ਬਾਣੀ 'ਚ ਵਿਚਾਰਿਆ ਕਰੋ, ਬੜੇ ਐਸੇ ਭਾਵ ਦ੍ਰਿੜਕਾ ਨੇ ਕਿ ਸਾਡੀ ਹਉਮੈ ਛੁੱਟ ਜਾਏ। ਗੁਰੂ ਸਾਹਿਬ ਜੀ ਕਹਿੰਦੇ ਨੇ ਤੇਰਾ ਤੁਝ ਕੋ ਸੌ ਪਤੇ ਕਿਆ ਲਾਗੈ,
ਮੇਰਾ ਜਾਂ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਕਿ ਅਸਲ 'ਚ ਕਿਰਪਾ ਰੂਪ ਹੈ, ਪਰ ਇਸ ਕਿਰਪਾ ਰੂਪ ਨੂੰ ਅਸੀਂ ਆਪਣਾ ਨਿੱਜ ਸਮਝ ਬੈਠਦੇ ਹਾਂ। ਭਾਵ ਕਿ ਜਿਵੇਂ ਹੁਣ ਅਸੀਂ ਸਤਸੰਗ 'ਚ ਬੈਠੇ ਹਾਂ, ਮੇਰੇ ਕੋਲ ਕਥਨੀ ਦਾ ਤਾਣ ਹੈ, ਜੇ ਤਾਂ ਮੈਨੂੰ ਕਿਰਪਾ ਰੂਪ ਸਮਝ ਕੇ ਜਾਣਾ ਤਾਂ ਫਿਰ ਹੋ ਸਕਦਾ ਦਿਨ ਬਾ ਦਿਨ ਵੱਧਦਾ ਜਾਵੇ, ਇਹਦੇ ਵਿੱਚ ਬੜਾ ਗਿਆਨ ਦੀ ਹੋਰ ਸ਼ਮੂਲੀਅਤ ਆਈ ਜਾਵੇ, ਪ੍ਰਭਾਵ ਆ ਜਾਵੇ। ਅਤੇ ਜਦੋਂ ਨਿੱਜ ਦਾ ਸਮਝ ਲਿਆ, ਇਹਦਾ ਮਤਲਬ ਜਿਹੜੀ ਕਿਰਪਾ ਵੀ ਹੋਣੀ ਸੀ ਉਹਦੇ ਨਾਲੋਂ ਆਪਣੇ ਆਪ ਨੂੰ ਤੋੜ ਲਿਆ, ਤਾਂ ਫਿਰ ਜਿੰਨਾ ਕੁ ਆਪਣਾ ਕਮਾ ਲਿਆ ਠੀਕ ਹੈ, ਉਹਦੇ ਵਿੱਚ ਭੁਗਤੀ ਜਾਵੇ। ਜਿਵੇਂ ਉਦਾਹਰਨ ਦੇ ਤੌਰ 'ਤੇ ਮੀਂਹ ਪੈਂਦਾ ਹੈ, ਜੇ ਬੰਦਾ ਛਤੜੀ ਹਿਲਾ ਦੇਵੇ ਤਾਂ ਫਿਰ ਮੀਂਹ ਦੀਆਂ ਬੂੰਦਾਂ ਸਿੱਧੀਆਂ ਮੁੱਖ 'ਤੇ ਪੈਂਦੀਆਂ ਨੇ, ਅਤੇ ਜੇ ਆਪਣੀ ਹਉਮੈ ਵਾਲੀ ਛਤਰੀ ਤਾਣ ਲਵੇ ਫਿਰ ਬੂੰਦ ਸਿੱਧੀ ਮੁੱਖ 'ਤੇ ਨਹੀਂ ਪੈਂਦੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਹੰਕਾਰ ਕਿ ਜਦੋਂ ਹਸਤੀ ਵੱਖਰੀ ਕਰ ਲੈਂਦਾ ਹੈ, ਫਿਰ ਹਸਤੀ ਵੱਖਰੀ ਕਰਕੇ ਵਕਾਰ ਕਮਾਉਂਦਾ ਹੈ। ਜੇ ਪ੍ਰਭੂ ਦੀ ਕਿਰਪਾ ਵਿੱਚ ਰਵੇ ਫਿਰ ਤਾਂ ਕਹਿ ਹੀ ਨਹੀਂ ਸਕਦਾ ਕਿ ਮੈਂ ਅਵਗੁਣੀ ਹਾਂ, ਪਾਪੀ ਹਾਂ, ਲੋਭੀ ਹਾਂ, ਕਿਉਂਕਿ ਉਹਦੀ ਕਿਰਪਾ ਨੂੰ ਮਾਣ ਕੇ ਫਿਰ ਉਹਦੇ ਗਿਆਨ ਦੇ ਅਨੁਸਾਰ ਚੱਲਦਾ ਵੀ ਰਹੇਗਾ। ਤਾਂ ਇਸੇ ਪ੍ਰਕਾਰ ਫਿਰ ਰਾਗ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਹੰਕਾਰ ਕਰਕੇ ਰਾਗ ਕਰਕੇ ਫਿਰ ਵਕਾਰਾਂ ਦੀ ਜਦੋਂ ਵਾਸਨਾ ਪੈਦਾ ਹੋ ਜਾਂਦੀ ਹੈ, ਅਤੇ ਵਾਸਨਾ ਕਰਕੇ ਫਿਰ ਜਦੋਂ ਆਸਾ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ, ਅਤੇ ਉਦੋਂ ਮਨੁੱਖ ਦਾ ਜੰਮਣ ਮਰਨ ਬਣਦਾ ਹੈ। ਭਾਵ ਕਿ ਹੁਣ ਲਗਾਵ ਸੀ। ਮੈਂ ਕਿਸੇ ਦਿਨ ਨਾ ਸਲੋਕ ਨੂੰ ਵਿਚਾਰ ਰਿਹਾ ਸੀ, ਜਿਹੜਾ ਅੰਤ ਕਾਲ ਨਾਰਾਇਣ ਸਿਮਰ ਹੈ। ਮੈਨੂੰ ਉਹਦੀ ਗੱਲ ਕੱਥ ਵੀ ਦਿੱਤੀ ਸੀ, ਸੰਗਤ ਦੇ ਵਿੱਚ ਸੰਤੁਸ਼ਟੀ ਨਾ ਹੋਈ। ਹੁਣ ਕੀ ਹੈ, ਮਨੁੱਖ ਕਈ ਵਾਰੀ ਜਿਨ੍ਹਾਂ ਚੀਜ਼ਾਂ ਦੇ ਲਗਾਵ ਹੁੰਦਾ ਹੈ ਉਹਨਾਂ ਦੀ ਆਸਾ ਵੀ ਹੁੰਦੀ ਹੈ, ਤ੍ਰਿਸ਼ਨਾ ਵੀ ਹੁੰਦੀ ਹੈ, ਪਰ ਕਈ ਵਾਰੀ ਇਸ ਜੀਵਨ ਦੇ ਵਿੱਚ ਨਸੀਬ ਨਹੀਂ ਹੁੰਦੀਆਂ। ਤਾਂ ਫਿਰ ਫਿਲਾਸਫੀ ਕਹਿੰਦੀ ਹੈ ਕਿ ਪ੍ਰਕਿਰਤੀ ਫਿਰ ਜਿਹੜੀ ਚੀਜ਼ ਦੇ ਨਾਲ ਖਾਸ ਲਗਾਵ ਰਿਹਾ ਹੈ ਉਹਨੂੰ ਉਸ ਰੂਪ ਦੇ ਵਿੱਚ ਭੇਜ ਦਿੰਦੀ ਹੈ ਕਿ ਪਹਿਲਾਂ ਤਾਂ ਆਦਰ ਦੀ ਕਾਮਨਾ ਕਰਦਾ ਸੀ ਕਿ ਜਿਹੜੀ ਇਸਤਰੀ ਪਰਾਂ ਪਈ ਹੈ, ਹੁਣ ਉਸ ਇਸਤਰੀ ਦੀ ਅਵਸਥਾ ਦੇ ਵਿੱਚ ਪੈ ਕੇ ਆਪ ਹੀ ਦੇਖ ਲੈ ਕਿ ਉਹ ਕਿਹੋ ਜਿਹਾ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਅਹੰਕਾਰ ਕਰਕੇ ਜਨਮ ਬਣਦਾ ਹੈ ਅਤੇ ਅਹੰਕਾਰ ਕਰਕੇ ਮਰਨ, ਭਾਵ ਕਿ ਆਤਮਕ ਮੌਤ ਬਣਦੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਾਰ ਮਰਨ ਤੇ ਸ਼ਹਿ ਮੂਏ ਚਾਰ ਪੁਰਖ ਦੋਏ ਨਾਰ। ਵਿਸਥਾਰ ਤਾਂ ਅਜੇ ਵੀ ਬੜਾ ਹੈ ਪਰ ਸਮੇਂ ਦੀ ਸੀਮਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਏਕ ਮਰਨ ਤੇ, ਇਸ ਕਰਕੇ ਆਪਣੀ ਹਉਂ ਦੀ ਹਸਤੀ ਨੂੰ ਮਾਰ ਲਈਏ ਤਾਂ ਨਾ ਰਾਗ ਪੈਦਾ ਹੋਏਗਾ, ਕਿਉਂਕਿ ਹਉਂ ਕਰਕੇ ਬੰਦਾ ਚਾਹੁੰਦਾ ਹੈ ਹੁਣ ਮੈਂ ਹਾਂ ਅਤੇ ਮੈਂ ਆਪਣੇ ਹੋਣ ਦੀ ਹੋਂਦ ਨੂੰ ਸੁਹਾਵਣਾ ਬਣਾਉਣਾ ਅਤੇ ਮੈਨੂੰ ਦੂਜਾ ਚਾਹੀਦਾ। ਜਦੋਂ ਦੂਜਾ ਬਣਾਉਣ ਲੱਗ ਪਿਆ ਉਹਨੇ ਕਿਤੇ ਇਨਕਾਰ ਕਰ ਦਿੱਤਾ, ਫਿਰ ਦਵੈਸ਼ ਪੈਦਾ ਹੋਏਗਾ। ਤਾਂ ਇਸੇ ਕਰਕੇ ਅੱਗੇ ਵਕਾਰ ਪੈਦਾ ਹੋਣਗੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੋਏ ਮਰਨ ਤੇ ਚਾਰ ਮਰਨ ਤੇ ਸ਼ਹਿ ਮੂਏ ਚਾਰ ਪੁਰਖ ਦੋਏ ਨਾਰ। ਜਿਵੇਂ ਆਰੰਭ ਵਿੱਚ ਸੀ ਕਿ ਚਾਰ ਪੁਰਖ ਸਨ, ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਸੀ ਅਹੰਕਾਰ, ਉਹਨੇ ਪੁਰਖ ਰੂਪ ਦੇ ਵਿੱਚ ਅੱਗੇ ਚਾਰ ਪੈਦਾ ਕੀਤੇ। ਚਾਰ ਭਾਵ ਕਾਮ ਕ੍ਰੋਧ ਲੋਭ ਮੋਹ, ਅਤੇ ਕਾਮ ਕ੍ਰੋਧ ਲੋਭ ਮੋਹ ਕਰਕੇ ਚਾਰ ਪੁਰਖ ਸਨ। ਅਤੇ ਅੱਗੇ ਇਹਨਾਂ ਦਾ ਬਾਗ ਪਰਿਵਾਰ, ਕਿਉਂਕਿ ਇਹਨਾਂ ਦੇ ਅਧੀਨ ਬਾਕੀ ਵਿਸ਼ੇ ਚੱਲਦੇ ਹਨ। ਤਾਂ ਕਹਿੰਦੇ ਇਸੇ ਪ੍ਰਕਾਰ ਨਾਰ ਹਨ। ਤਾਂ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਹਨ। ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨਾ ਪਾਇਆ ਠੌਰ, ਜਿਨ ਹਰ ਕਾ ਨਾਮ ਨ ਚੇਤਿਓ, ਕਹਾ ਭੁਲਾਨੇ ਔਰ। ਹੁਣ ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਦੇਖ ਦੇਖ ਜਗ ਢੂੰਡਿਆ। ਸਾਡੀ ਸਾਰਿਆਂ ਦੀ ਜੀਵਨ ਦੀ ਅਵਸਥਾ ਬੜੀ ਕਾਫੀ ਹੱਦ ਤੱਕ ਗੁਜ਼ਰ ਚੁੱਕੀ ਹੈ। ਜੀਵਨ ਦੇ ਬੜੇ ਅਨੁਭਵ, ਬੜੇ ਕੌਤਕ ਮਨੁੱਖ ਆਪਣੇ ਮਨ ਸੁਰਤ ਸਰੀਰ ਦੇ ਤਲ 'ਤੇ ਹੰਡਾ ਚੁੱਕਿਆ ਹੈ। ਪਰ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੇ ਵਿੱਚ ਇੱਕ ਜਗਿਆਸੂ ਦਾ ਜੀਵਨ ਦੱਸਦੇ ਹਨ। ਕਹਿੰਦੇ ਦੇਖ, ਜਦੋਂ ਆਪਣੇ ਜੀਵਨ ਦੇ ਵਿੱਚ ਆਇਆ ਕਿ ਆਪਣੇ ਸੰਬੰਧਾਂ ਕਰਕੇ ਉਚਾਈ ਨੂੰ, ਜੀਵਨ ਦੇ ਸਕੂਨ ਨੂੰ ਪ੍ਰਾਪਤ ਕਰੀਏ, ਤਾਂ ਬੜਿਆਂ ਦੇ ਨਾਲ ਸੰਬੰਧ ਜੋੜੇ। ਕਹਿੰਦੇ ਪਰ ਉਹ ਸੰਬੰਧ ਸਮਾਂ ਜਾ ਕੇ ਜਾਂ ਤਾਂ ਵਿਛੜ ਗਏ ਜਾਂ ਖੱਟੇ ਪੈ ਗਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਵੀ ਦੇਖਿਆ ਹੈ, ਸੰਬੰਧਾਂ ਦਾ ਵੀ ਸੱਚ ਦੇਖ ਚੁੱਕਾ ਹਾਂ ਕਿ ਜਿਨ੍ਹਾਂ ਦੇ ਨਾਲ ਨਿਕਟ ਸਨੇਹ ਸੀ ਜਾਂ ਉਹ ਚੱਲ ਗਏ ਨੇ ਜਾਂ ਖੁਦ ਦਾ ਚੱਲਣਾ ਹੋ ਰਿਹਾ। ਇਸ ਕਰਕੇ ਇਹ ਵੀ ਦੇਖਣਾ ਮਨੁੱਖ ਦੇ ਨਾਲ ਨਹੀਂ ਨਿਭਿਆ। ਫਿਰ ਕਹਿੰਦੇ ਧਰਮ ਦੇ ਮਾਰਗ ਦਾ ਖਿਆਲ ਹੈ ਕਿ ਚਲੋ ਧਰਮ ਵਾਲੇ ਪਾਸੇ ਚੱਲਿਆ ਜਾਏ। ਤਾਂ ਕਹਿੰਦੇ ਜੇ ਉਹ ਵੀ ਯਤਨ ਕੀਤਾ ਤਾਂ ਜਿਹੜੇ ਉਸ ਮਾਰਗ 'ਤੇ ਵੀ ਮਿਲੇ। ਜਿਵੇਂ ਗੁਰਬਾਣੀ 'ਚ ਵਾਕ ਆਉਂਦਾ ਹੈ, ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ। ਕਹਿੰਦੇ ਇਹ ਵੀ ਦੇਖਿਆ ਹੈ। ਫਿਰ ਕਹਿੰਦੇ ਧਰਮ ਦੀ ਸਾਧਨਾ ਦੇ ਵਿੱਚ ਪਏ ਅਤੇ ਬੜਿਆਂ ਨੇ ਮਾਰਗ ਦੱਸੇ। ਸੋਠ ਰਾਗ ਦੇ ਅਸ਼ਟਪਦੀ ਅੰਦਰ ਜ਼ਿਕਰ ਆਉਂਦਾ ਹੈ, ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਕਹਿੰਦੇ ਬੜੇ ਯਤਨ ਕੀਤੇ ਹਨ
ਦੇਖ ਦੇਖ ਜਗ ਢੂੰਡਿਆ। ਫਿਰ ਇਸੇ ਪ੍ਰਕਾਰ ਕਹਿੰਦੇ ਕਹੂੰ ਨਾ ਪਾਇਆ ਠੌਰ, ਨਾ ਦੁਨਿਆਵੀ ਸੰਬੰਧਾਂ ਦੇ ਵਿੱਚ, ਨਾ ਪਦਾਰਥਾਂ ਦੀ ਸਿਖਰਲੀ ਪ੍ਰਾਪਤੀ ਦੇ ਵਿੱਚ, ਅਤੇ ਨਾ ਹੀ ਇਸੇ ਪ੍ਰਕਾਰ ਜਿਹੜੀ ਧਰਮ ਦੀ ਪ੍ਰਚਲਿਤ ਸਾਧਨਾ ਹੈ ਉਹਦੇ ਵਿੱਚ ਕੋਈ ਵੀ ਬੰਦੇ ਦੇ ਟਿਕਾ ਦਾ ਮੁਕਾਮ ਨਹੀਂ ਹੈ। ਤਾਂ ਕਹਿੰਦੇ ਫਿਰ ਅਸਲ ਕਦੋਂ ਪ੍ਰਾਪਤ ਹੋਇਆ? ਜਦੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ ਹਰ ਕਾ ਨਾਮ ਨਾ ਚੇਤਿਓ। ਇਸ ਪ੍ਰਕਾਰ ਜਿਹਨੇ ਹਰੀ ਪ੍ਰਭੂ ਦੇ ਨਾਮ ਸਰੂਪ ਸਮਝ ਕੇ ਆਪਣੇ ਜੀਵਨ ਦੀ ਸੰਭਾਲ ਹੀ ਨਹੀਂ ਕੀਤੀ ਹੈ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਾਂ ਭੁਲਾਨੇ ਔਰ, ਹੋਰ ਕਿੱਥੇ ਭਰਮਦੇ ਰਹਿੰਦੇ ਹੋ। ਅੱਜ ਦੁਨੀਆ ਦੇ ਵਿੱਚ ਰੋਗ ਸੋਗ ਨੇ ਤਾਂ ਮਨੁੱਖ ਬੜਾ ਯਤਨ ਕਰਦਾ ਹੈ, ਬੜਾ ਰੋਸ ਵੀ ਪੈਦਾ ਕਰਦਾ ਹੈ, ਪਰ ਜਦੋਂ ਸਤਿਗੁਰੂ ਦੇ ਸ਼ਬਦ ਨਾਲ ਜੁੜੀਏ ਤਾਂ ਸੋਝੀ ਸਪਸ਼ਟ ਹੋ ਜਾਂਦੀ ਹੈ। ਹਰ ਬਿਸਰਤ ਸਦਾ ਖੁਆਰੀ। ਖੁਆਰੀ ਦਾ ਭਾਵ ਕੀ ਹੈ ਕਿ ਜਦੋਂ ਆਪਣੀ ਉੱਤਮ ਬੁੱਧ ਨੂੰ ਅਕਾਲ ਪੁਰਖ ਦੀ ਕਿਰਪਾ ਸਰੂਪ ਨਾਲ ਉਹ ਤੋੜ ਕੇ ਸੰਸਾਰ ਦੇ ਵੱਲ ਜੋੜ ਲਿਆ। ਅਤੇ ਸੰਸਾਰ ਦਾ ਮਤਲਬ ਕੀ ਹੈ? ਬਾਣੀ 'ਚ ਆਉਂਦਾ ਨਾ, ਬਾਬਾ ਬਿਖ ਦੇਖਿਆ ਸੰਸਾਰ, ਜਾਂ ਅਸੀਂ ਆਨੰਦ ਸਾਹਿਬ ਦੀ ਬਾਣੀ ਜਾਂ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਸਾ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਵਾਇਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ ਹਰ ਕਾ ਨਾਮ ਨਾ ਚੇਤਿਓ। ਜਿਹੜਾ ਆਪਣੇ ਨਾਮ ਸਰੂਪ ਨੂੰ ਭੁੱਲ ਚੁੱਕਾ। ਨਾਮ ਸਰੂਪ ਦਾ ਭਾਵ ਜਿਹੜਾ ਆਪਣੀ ਆਤਮਾ ਦੀ ਨਿਰਲੇਪਤਾ, ਸ਼ਵਛਤਾ ਅਤੇ ਆਰੰਭ ਵਾਲੀ ਪਵਿੱਤਰਤਾ ਨੂੰ ਭੁੱਲ ਕੇ ਸੰਸਾਰ ਦੇ ਮਗਰ ਲੱਗ ਗਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦੇ ਜੀਵਨ ਦਾ ਟਿਕਾ ਨਹੀਂ ਪੈਦਾ ਹੋਣ ਵਾਲਾ। ਕਹਾਂ ਭੁਲਾਨੇ ਔਰ, ਭਾਵੇਂ ਕਿੱਥੇ ਵੀ ਭਰਮਦੇ ਰਹੋ। ਭਾਈ ਗੁਰਦਾਸ ਸਾਹਿਬ ਜੀ ਕਵਿਤਾਂ ਦੇ ਅੰਦਰ ਆਖਦੇ ਹਨ, ਗ੍ਰਹਿ ਮੈਂ ਗ੍ਰਸਤੀ ਹੋਏ ਪਾਇਓ ਨਾ ਸਹਿਜ ਕਰ, ਬਨ ਬਨਵਾਸ ਨਾ ਉਦਾਸ ਫਲ ਪਾਇਓ, ਪੜ੍ਹ ਪੜ੍ਹ ਪੰਡਤ ਨਾ ਕਥ ਕਥਾ ਵਿਚਾਰੀ, ਸਿਧਾਸਨ ਕਹਿ ਨਾ ਨਿਜ ਆਸਨ ਦਿਰੜਾਇਓ ਹੈ। ਇਸੇ ਪ੍ਰਕਾਰ ਨਿਰਣਾ ਕਰਦੇ ਹਨ, ਦੇਵੀ ਦੇਵ ਦੇਵ ਕਹਿ ਨਾ ਆਹਮ ਮੇਵ ਟੇਵ ਟਾਰੀ, ਅਲਖ ਭੇਵ ਗੁਰਦੇਵ ਸਮਝਾਇਓ ਹੈ। ਕਿ ਬੜੇ ਪੂਜਾ ਦੇ ਵਿਧਾਨ ਵੀ ਅਪਣਾਏ, ਤੀਰਥ ਯਾਤਰਾ, ਹੋਰ ਬੜਾ ਕੁਝ, ਪਰ ਕਹਿੰਦੇ ਕਿਸੇ ਨੇ ਜੀਵਨ ਦੇ ਵਿੱਚ ਅੰਤਮ ਟਿਕਾ ਨਾ ਪੈਦਾ ਕੀਤਾ। ਕਿਉਂ? ਕਿਉਂਕਿ ਉਹਦੇ ਵਿੱਚ ਹਰੀ ਨਾਮ ਦਾ ਭਾਵ ਨਹੀਂ ਸੀ। ਤੀਰਥ ਦਾ ਭਾਵ ਇਹੀ ਜਾਣ ਲਿਆ ਕਿ ਜੀ ਮੇਰਾ ਇਸ਼ਨਾਨ ਹੈ, ਬਸ ਇਹਦੇ ਨਾਲ ਮੁਕਤ ਹੋਣ ਵਾਲਾ ਹਾਂ, ਪਰ ਅੰਤਰਗਤ ਤੀਰਥ ਮਲ ਨਹਾਓ ਦੀ ਸੋਝੀ ਨਹੀਂ ਪ੍ਰਾਪਤ ਹੋਈ, ਕਿਉਂਕਿ ਗੁਰੂ ਦੇ ਸ਼ਬਦ ਨਾਲ ਨਾਮ ਰੂਪ ਦੇ ਵਿੱਚ ਨਹੀਂ ਜੁੜੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਦੇਖ ਦੇਖ ਜਗ ਢੂੰਡਿਆ। ਜਦੋਂ ਵੀ ਕੋਈ ਸ਼ਬਦ ਗੁਰਬਾਣੀ 'ਚ ਦੁਹਰਾਓ ਹੋ ਜਾਂਦਾ ਹੈ ਤਾਂ ਉਹਦਾ ਭਾਵ ਉਹਦੇ ਬੜੇ ਸਾਰੇ ਪੱਖਾਂ ਨੂੰ ਇਕੱਠੇ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਦੇਖ ਦਾ ਭਾਵ ਹੈ ਕਿ ਜੇ ਕੋਈ ਬੰਦਾ ਕਵੇ, ਜਿਵੇਂ ਹੁਣ ਕਈ ਜੀਵਨ ਦੇ ਵਿੱਚ ਮੈਨੂੰ ਐਸੇ ਨਿਸ਼ਾਨ ਮਿਲੇ ਨੇ, ਅਸੀਂ ਸਮਝਦੇ ਨਾ ਕਿ ਸ਼ਾਇਦ ਪਦਾਰਥ ਪ੍ਰਾਪਤੀ ਹੋ ਜਾਵੇ ਤਾਂ ਬੰਦੇ ਨੂੰ ਸਕੂਨ ਹੁੰਦਾ ਹੈ। ਐਸੇ ਵੀ ਮਿਲੇ ਨੇ ਜਿਨ੍ਹਾਂ ਦੀ ਬੜੀ ਮਹੀਨੇ ਦੀ ਕਰੋੜ ਰੁਪਏ ਦੀ ਆਮਦਨ ਹੈ, ਉਹ ਵੀ ਬੜੇ ਅਸ਼ਾਂਤ ਦੇਖੇ, ਟਿਕਾ ਉਹਨਾਂ ਦੇ ਕੋਲ ਵੀ ਨਹੀਂ ਹੈ। ਇਸੇ ਪ੍ਰਕਾਰ ਧਰਮ ਦੇ ਵਿੱਚ ਦੇਖ ਲਏ, 40-40 ਸਾਲ ਦੀ ਸਾਧਨਾ, ਟਿਕਾ ਉਹਨਾਂ ਦੇ ਕੋਲ ਵੀ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖ ਦੇਖ, ਇਹ ਨਹੀਂ ਕਿ ਇਕੱਲਾ ਸੰਸਾਰ ਦੇਖਿਆ ਹੈ, ਧਰਮ ਦਾ ਵੀ ਬਾਹਰੀ ਰੂਪ ਦੇਖਿਆ। ਮੈਂ ਸ਼ਬਦ ਵਰਤਦੇ ਹਾਂ ਧਰਮ ਦੀ ਪ੍ਰਚਲਿਤ ਸਾਧਨਾ, ਜਿਹਦੇ ਵਿੱਚ ਗਿਆਨ ਘੱਟ ਹੁੰਦਾ ਹੈ ਅਤੇ ਜਿਹੜੀ ਆਮ ਸਮਝ ਉਹ ਜ਼ਿਆਦਾ ਹੁੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਸਾਰੇ ਅਨੁਭਵ ਦੇਖੇ ਨੇ। ਕਹੂੰ ਨਾ ਪਾਇਆ ਠੌਰ, ਕਿਸੇ ਨੇ ਵੀ ਮੈਨੂੰ ਸ਼ਾਂਤ ਨਹੀਂ ਕੀਤਾ। ਫਿਰ ਇਸੇ ਪ੍ਰਕਾਰ ਯਾਦ ਅਸਲ ਦੇ ਵਿੱਚ ਹੈ, ਜਿਵੇਂ ਨਾ ਸੋਠ ਰਾਗ 'ਚ ਇੱਕ ਸ਼ਬਦ ਹੁੰਦਾ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਕਿ ਅਸਲ ਭਗਤੀ ਦਾ ਮੁਕਾਮ ਆਪਣੇ ਮਨ ਮੰਦਰ ਦੇ ਵਿੱਚ ਬੈਠ ਕੇ ਆਪਣੀ ਸੁਰਤ ਨੂੰ ਪ੍ਰਬੋਧਦਿਆਂ ਹੋਇਆਂ ਚਿੱਤ ਦੇ ਵਿੱਚ ਪ੍ਰਭੂ ਦੀ ਯਾਦ ਵਸਾਉਣੀ ਹੈ। ਇਹੀ ਅਸਲ ਬੰਦਗੀ ਦਾ ਮੁਕਾਮ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ ਹਰ ਕਾ ਨਾਮ ਨਾ ਚੇਤਿਓ, ਜਿਨਨੇ ਨਾਮ ਸਰੂਪ ਨੂੰ ਨਹੀਂ ਪਛਾਣਿਆ ਉਹ ਬੜੀ ਜਗ੍ਹਾ ਭਰਮਦਾ ਰਿਹਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ 2 ਸ਼ਲੋਕਾਂ ਦੁਆਰਾ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਆਪਣੇ ਅਹੰਕਾਰ ਦਾ ਨਾਸ਼ ਕਰੀਏ ਗੁਰੂ ਸ਼ਬਦ ਦੇ ਬਲ ਦੇ ਨਾਲ, ਤਾਂ ਕਿ ਬਾਕੀ ਜਿਹੜਾ ਰਾਗ ਦਵੈਸ਼, ਵਕਾਰ, ਕਾਮ, ਕ੍ਰੋਧ, ਲੋਭ, ਮੋਹ, ਹਰਖ, ਸੋਕ, ਉਸਤਤ, ਨਿੰਦਾ, ਇਹਦੇ ਮੈਂ ਸੰਪਰਦਾਇ ਭਾਵ ਪੜ੍ਹ ਰਿਹਾ ਸਾਂ, ਉਹਨਾਂ ਨੇ ਇਹਦੇ 6 ਅਰਥ ਕੀਤੇ ਹਨ। ਮੈਂ ਤਾਂ ਇੱਕ ਦੇ ਆਪ ਦੇ ਨਾਲ ਇੱਕ ਹੀ ਸਾਂਝਾ ਕੀਤਾ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਅਹੰਕਾਰ ਦਾ ਨਾਸ਼ ਕਰੋ ਤਾਂ ਕਿ ਅਸਥੀ ਉਚੇਰੀ ਹੋ ਜਾਵੇ। ਤਾਂ ਇਸੇ ਪ੍ਰਕਾਰ ਪ੍ਰਭੂ ਦੀ ਯਾਦ ਦੇ ਨਾਲ ਜੁੜਨਾ ਵੱਡੀ ਗੱਲ ਹੈ। ਜੇ ਯਾਦ ਕਰਕੇ ਜੁੜਦੇ ਹੋ ਤਾਂ ਘਰ ਵੀ ਮੰਦਰ ਹੋ ਸਕਦਾ ਹੈ, ਜੇ ਯਾਦ ਕਰਕੇ ਨਹੀਂ ਜੁੜ ਰਹੇ ਹੋ ਤਾਂ ਮੰਦਰ ਵੀ ਮੰਦਰ ਨਹੀਂ ਹੋ ਸਕਦਾ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਦੀ ਸੇਵਾ ਆਪ ਦੇ ਸਨਮੁਖ ਰੱਖਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਸਤਿਗੁਰੂ ਕਿਰਪਾ ਕਰਨ। ਪਾਵਨ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ
ਸਾਰੇ ਸ਼ਲੋਕਾਂ ਦੇ ਅਸੀਂ ਗਿਆਨਾਤਮਕ ਸੂਤਰਾਂ ਨੂੰ ਧਾਰਨ ਕਰਕੇ ਗੁਰਮੁਖੀ ਜੀਵਨ ਜਿਉਣ ਦਾ ਯਤਨ ਕਰੀਏ ਜੀ। ਭੁੱਲਾਂ ਖਿਮਾ ਦੀ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ